ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਗੁਰਮਤ ਗਿਆਨ ਟੀਵੀ ਚੈਨਲ ਨਾਲ ਜੁੜੇ ਹੋਏ ਵੀਰੋ ਭੈਣੋ ਨੌਜਵਾਨੋ, ਇਸ ਚੈਨਲ 'ਤੇ ਆਡੀਓ ਅਤੇ ਵੀਡੀਓ ਦੇ ਰਾਹੀਂ ਆਪ ਜੀ ਗਿਆਨ ਪ੍ਰਾਪਤ ਕਰ ਰਹੇ ਹੋ, ਸਹਿਯੋਗ ਦੇ ਰਹੇ ਹੋ। ਆਪ ਜੀ ਦਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ, ਧੰਨਵਾਦ ਹੈ। ਇੱਥੇ ਸਵਾਲ ਜਵਾਬ ਦਾ ਵੀ ਇੱਕ ਟੌਪਿਕ ਰੱਖਿਆ ਜਾਂਦਾ ਹੈ। ਤੁਸੀਂ ਸਵਾਲ ਭੇਜਦੇ ਹੋ ਅਤੇ ਦਾਸ ਇਹਨਾਂ ਦੇ ਜਵਾਬ ਦੇਣ ਦਾ ਯਤਨ ਕਰਦਾ ਹੈ। ਅਤੇ ਇਹ ਜ਼ਰੂਰੀ ਹੈ ਕਿ ਅਸੀਂ ਮਾਨਸਿਕ ਵਿਕਾਸ ਲਗਾਤਾਰ ਕਰਦੇ ਰਹੀਏ। ਸਵਾਲ ਅਤੇ ਜਵਾਬ ਸਾਡੇ ਦਿਮਾਗ ਨੂੰ ਵਧਾਉਣ ਵਾਸਤੇ ਬਹੁਤ ਜ਼ਰੂਰੀ ਨੇ। ਜਦੋਂ ਇੱਕ ਤਰਫਾ ਆਪਾਂ ਗੱਲਾਂ ਸੁਣਦੇ ਰਹੀਏ ਤਾਂ ਅਸੀਂ ਕੇਵਲ ਸੁਣਨ ਜੋਗੇ ਰਹਿ ਜਾਂਦੇ ਹਾਂ, ਕੁਝ ਕਰਨ ਜੋਗੇ ਨਹੀਂ ਰਹਿੰਦੇ। ਸੋ ਜ਼ਰੂਰੀ ਹੈ ਕਿ ਆਪਾਂ ਕੁਝ ਕਰਨ ਜੋਗੇ ਵੀ ਬਣਨਾ ਹੈ ਅਤੇ ਅੰਦਰ ਉਤਸ਼ਾਹ, ਹੌਸਲਾ, ਸਵਾਲ ਕਰਨੇ, ਕੁਝ ਸਿੱਖਣਾ, ਮਾਨਸਿਕ ਵਿਕਾਸ ਕਰਨਾ, ਇਹ ਜ਼ਰੂਰੀ ਹੈ। ਅਤੇ ਅੱਜ ਸਵਾਲ ਜਵਾਬ ਦਾ ਭਾਗ 30 ਇਹਨੂੰ ਆਪਾਂ ਅੱਗੇ ਤੋਰ ਰਹੇ ਹਾਂ। ਇਹਦੇ ਵਿੱਚ ਸਵਾਲ ਨੰਬਰ 301 ਭਾਈ ਸਿਮਰਪਾਲ ਸਿੰਘ ਮਲੇਰਕੋਟਲੇ ਤੋਂ। ਇਹਨਾਂ ਦਾ ਸਵਾਲ ਹੈ ਕਿ ਰੱਬ ਕਿਵੇਂ ਮਿਲ ਸਕਦਾ ਹੈ? ਕੀ ਭਗਤੀ ਕਰਨ ਨਾਲ ਰੱਬ ਮਿਲ ਜਾਂਦਾ ਹੈ? ਗੁਰੂ ਪਿਆਰ ਵਾਲਿਓ, ਕਦੀ ਆਲੇ ਦੁਆਲੇ ਚੰਗੀ ਤਰ੍ਹਾਂ ਗਹਿਰਾਈ ਨਾਲ ਪਰਖ ਕਰਨ ਦਾ ਯਤਨ ਕਰੋ। ਰੱਬ ਦਾ ਸਰੂਪ, ਉਹਦੇ ਮਿਲਣ ਦੇ ਢੰਗ, ਉਹਨੂੰ ਖੁਸ਼ ਕਰਨ ਦੇ ਤਰੀਕੇ ਦੁਨੀਆ ਦੇ ਪੁਜਾਰੀਆਂ ਨੇ ਵੱਖੋ ਵੱਖਰੇ ਲੋਕਾਂ ਦੇ ਸਾਹਮਣੇ ਰੱਖੇ ਨੇ, ਬਿਆਨ ਕੀਤੇ ਨੇ। ਇੱਥੋਂ ਤੱਕ ਜਿਹੜੇ ਕਹਿੰਦੇ ਕਹਾਉਂਦੇ ਵੱਡੇ ਮਹਾਂਪੁਰਖ ਨੇ, ਧਰਮ ਮੁਖੀ ਨੇ, ਰੱਬ ਬਾਰੇ ਉਹਨਾਂ ਦੇ ਵੀ ਆਪਸ ਦੇ ਵਿੱਚ ਵਿਚਾਰ ਨਹੀਂ ਮਿਲਦੇ। ਮੁਹੰਮਦ ਸਾਹਿਬ ਨੇ ਕੁਝ ਹੋਰ ਆਖਿਆ, ਯਸੂ ਮਸੀਹ ਨੇ ਕੁਝ ਹੋਰ ਆਖਿਆ, ਦੇਵੀ ਦੇਵਤਿਆਂ ਬਾਰੇ ਹਿੰਦੂ ਸਮਾਜ ਦੇ ਜਿਹੜੀਆਂ ਪੋਥੀਆਂ ਨੇ ਉਹਨਾਂ ਦੇ ਵਿੱਚ ਕੁਝ ਹੋਰ ਆਖਿਆ, ਅਤੇ ਇਸੇ ਤਰ੍ਹਾਂ ਸਿੱਖ ਧਰਮ ਨੇ ਕੁਝ ਹੋਰ ਆਖਿਆ। ਪਰ ਗੁਰਬਾਣੀ ਨੇ ਇੱਕ ਗੱਲ ਤਾਂ ਬਹੁਤ ਡੰਕੇ ਦੀ ਚੋਟ ਨਾਲ ਕਹਿ ਦਿੱਤੀ ਕਿ ਰੱਬ ਬਾਰੇ ਪੂਰੀ ਤਰ੍ਹਾਂ ਕੋਈ ਬੰਦਾ ਬਿਆਨ ਕਰ ਹੀ ਨਹੀਂ ਸਕਦਾ, ਕਿਉਂਕਿ ਉਹ ਐਡੀ ਵੱਡੀ ਮਹਾਨ ਕੋਈ ਹਸਤੀ ਹੈ ਅਤੇ ਅਸੀਂ ਬਹੁਤ ਨਗੂਣੇ ਅਤੇ ਨਿਮਾਣੇ ਆ, ਅਸੀਂ ਉਹਦੇ ਬਾਰੇ ਜਾਣ ਨਹੀਂ ਸਕਦੇ। ਇੱਥੇ ਇਹ ਧਿਆਨ ਰਵੇ। ਅਤੇ ਗੁਰਬਾਣੀ ਨੇ ਇਹ ਵੀ ਬਾਰ-ਬਾਰ ਆਖਿਆ ਕਿ ਰੱਬ ਤੁਹਾਡੇ ਅੰਦਰ ਹੀ ਵਸਦਾ ਹੈ। ਇਸ ਕਾਇਨਾਤ ਦੇ ਵਿੱਚ ਬਣਾਏ ਹੋਏ ਉਹਦੇ ਨਿਯਮ ਆਪਣੇ ਆਪ ਕੰਮ ਕਰ ਰਹੇ ਨੇ। ਇਹ ਕਹਿ ਲਈਏ ਅੱਜ ਦੀ ਭਾਸ਼ਾ 'ਚ ਕਿ ਰੱਬ ਨੇ ਸਾਰੀ ਸ੍ਰਿਸ਼ਟੀ ਨੂੰ ਕੰਪਿਊਟਰਾਈਜ਼ ਕਰ ਦਿੱਤਾ ਹੋਇਆ ਹੈ। ਜਿਵੇਂ ਸੂਰਜ ਨੇ ਕਿੰਨੇ ਵਜੇ ਚੜ੍ਹਨਾ ਹੈ, ਕਿੱਧਰ ਨੂੰ ਜਾਣਾ ਹੈ ਅਤੇ ਕਦੋਂ ਉਹਨੇ ਛੁਪ ਜਾਣਾ ਹੈ, ਧਰਤੀ ਨੇ ਕਿਵੇਂ ਘੁੰਮਣਾ ਹੈ, ਹਵਾ ਨੇ, ਅੱਗ ਨੇ, ਪਾਣੀ ਨੇ ਆਪੋ ਆਪਣੇ ਨਿਯਮਾਂ 'ਚ ਕਿਵੇਂ ਕੰਮ ਕਰਨਾ ਹੈ, ਇਹ ਸਾਰੇ ਕੁਝ ਕੰਪਿਊਟਰਾਈਜ਼ ਕੰਮ ਹੋ ਚੁੱਕੇ ਹੋਏ ਨੇ। ਅਤੇ ਫਿਰ ਸਾਡਾ ਜੀਵਾਂ ਦਾ ਮਾਨਸਿਕ ਬਣਤਰ, ਸਰੀਰਕ ਬਣਤਰ, ਕਿਵੇਂ ਵਿਕਾਸ ਹੁੰਦਾ ਹੈ, ਕਿਵੇਂ ਜਨਮ ਹੁੰਦਾ ਹੈ, ਕਿਵੇਂ ਮੌਤ ਆਉਂਦੀ ਹੈ, ਇਹ ਸਾਰਾ ਕੁਝ ਵੀ ਕੰਪਿਊਟਰਾਈਜ਼ ਸਿਸਟਮ ਵਾਂਗੂ ਹੈ। ਆਪਣੇ ਆਪ ਲਗਾਤਾਰ ਇਹ ਸਾਰਾ ਕੁਝ ਸਿਲਸਿਲਾ ਚੱਲਦਾ ਜਾ ਰਿਹਾ ਹੈ। ਪਤਾ ਨਹੀਂ ਕਦੋਂ ਤੋਂ ਮਨੁੱਖ ਇਹਨੂੰ ਪੂਰੀ ਤਰ੍ਹਾਂ ਅੱਜ ਤੱਕ ਵੀ ਜਾਣ ਨਹੀਂ ਸਕਿਆ। ਧਰਮ ਮੁਖੀ ਵੀ ਵੱਖੋ ਵੱਖਰੇ ਵਿਚਾਰ ਰੱਖਦੇ ਨੇ ਅਤੇ ਵਿਗਿਆਨੀਆਂ ਦੇ ਵੀ ਪੂਰੀ ਤਰ੍ਹਾਂ ਵਿਚਾਰ ਆਪਸ ਦੇ ਵਿੱਚ ਨਹੀਂ ਮਿਲਦੇ। ਅਗਿਆਨਤਾ ਵਸ ਹੋ ਕੇ ਬਹੁਤ ਸਾਰੇ ਦੇਸ਼ਾਂ 'ਚ ਸਮੇਤ ਭਾਰਤ ਦੇ ਰੱਬ ਨੂੰ ਪੱਥਰਾਂ ਦੇ ਟੁਕੜਿਆਂ ਦੇ ਵਿੱਚੋਂ ਵੀ ਲੱਭਿਆ ਜਾ ਰਿਹਾ ਹੈ। ਉਹਦੀ ਪੂਜਾ ਕਰਕੇ ਉਹਨੂੰ ਖੁਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਮੂਰਤੀਆਂ ਦੇ ਅੱਗੇ ਨੱਚਿਆ ਜਾਂਦਾ ਹੈ, ਗਾਇਆ ਜਾਂਦਾ ਹੈ ਅਤੇ ਉਹਨੂੰ ਭੇਟਾ ਪੂਜਾ ਚੜ੍ਹਾਈ ਜਾਂਦੀ ਹੈ। ਅਤੇ ਪੁਰਾਤਨ ਸਮਿਆਂ 'ਚ ਵੀ ਅਤੇ ਕਿਤੇ ਕਿਤੇ ਅੱਜ ਵੀ ਇਸਲਾਮ ਦੇ ਵਿੱਚ ਸ਼ਰੇਆਮ ਸਾਰੇ ਕਿਤੇ ਰੱਬ ਨੂੰ ਖੁਸ਼ ਕਰਨ ਵਾਸਤੇ ਜੀਵਾਂ ਦੀ ਬਲੀ ਦਿੱਤੀ ਜਾਂਦੀ ਹੈ। ਭੇਡਾਂ, ਬੱਕਰੀਆਂ, ਗਾਵਾਂ, ਮੱਝਾਂ, ਕੁੱਕੜ ਆਦਿਕ ਇਹ ਚੀਜ਼ਾਂ ਰੱਬ ਨੂੰ ਖੁਸ਼ ਕਰਨ ਵਾਸਤੇ ਮੰਤਰ ਪੜ੍ਹ ਕੇ ਹਲਾਲ ਕੀਤੀਆਂ ਜਾਂਦੀਆਂ ਨੇ। ਅਤੇ ਰੱਬ ਹੈ ਜਿਹੜਾ, ਖੁਦਾ ਹੈ ਜਿਹੜਾ, ਜੀਵਾਂ ਦਾ ਮਾਸ ਖਾ ਕੇ, ਖੂਨ ਪੀ ਕੇ, ਉਹਨਾਂ ਦੀ ਹੱਤਿਆ ਕਰਕੇ ਸ਼ਾਇਦ ਉਹਨਾਂ ਦੀ ਨਜ਼ਰ ਦੇ ਵਿੱਚ ਉਹ ਖੁਸ਼ ਹੁੰਦਾ ਹੈ। ਇਸੇ ਤਰ੍ਹਾਂ ਪੁਰਾਤਨ ਸਮਿਆਂ 'ਚ ਤਾਂ ਮਨੁੱਖਾਂ ਨੂੰ ਵੱਢ ਕੇ ਵੀ ਇਹਨਾਂ ਦੀ ਬਲੀ ਦਿੱਤੀ ਜਾਂਦੀ ਸੀ ਰੱਬ ਨੂੰ ਖੁਸ਼ ਕਰਨ ਵਾਸਤੇ। ਸਮੇਂ ਦੇ ਫੇਰ ਨਾਲ ਮਨੁੱਖਾਂ ਦਾ ਕੱਟਣਾ ਵੱਢਣਾ ਘਟ ਗਿਆ। ਉਂਝ ਰੱਬ ਦੇ ਨਾਮ 'ਤੇ ਮਨੁੱਖਾਂ ਦੀ ਅਤੇ ਲੜਕੀਆਂ ਦੀ ਭੇਟਾ ਮੰਦਰਾਂ 'ਚ, ਧਰਮ ਸਥਾਨਾਂ 'ਚ ਆਮ ਪ੍ਰਚਲਿਤ ਸੀ। ਸਦੀਆਂ ਤੱਕ ਇਹ ਵੀ ਕੰਮ ਚੱਲਦਾ ਰਿਹਾ। ਅਤੇ ਫਿਰ ਪੱਥਰਾਂ 'ਤੇ ਗੱਲ ਆ ਗਈ, ਪੱਥਰਾਂ 'ਚੋਂ ਰੱਬ ਲੱਭਿਆ ਜਾਣ ਲੱਗਿਆ, ਉਹਦੀ ਪੂਜਾ ਹੋਣ ਲੱਗ ਪਈ। ਅਤੇ ਬਹੁਤ ਸਾਰੀਆਂ ਥਾਵਾਂ 'ਤੇ ਅੱਜ ਵੀ ਜਾਨਵਰਾਂ ਦੇ ਵਿੱਚ ਵੀ ਰੱਬ ਲੱਭਿਆ ਜਾ ਰਿਹਾ, ਰੁੱਖਾਂ ਦੇ ਵਿੱਚ, ਬਿਰਖਾਂ ਦੇ ਵਿੱਚ ਵੀ ਰੱਬ ਲੱਭਿਆ ਜਾ ਰਿਹਾ, ਮੜੀਆਂ, ਕਬਰਾਂ, ਗੁੱਗੇ, ਪੀਰ ਆਦਿਕ ਉਹਨਾਂ ਦੇ ਵਿੱਚੋਂ ਵੀ ਰੱਬ ਲੱਭਿਆ ਜਾ ਰਿਹਾ।
ਤੇ ਉੱਥੇ ਭੇਟਾ ਪੂਜਾ ਕਰਕੇ ਰੱਬ ਨੂੰ ਖੁਸ਼ ਕਰਨ ਦਾ ਮਨ ਦੇ ਵਿੱਚ ਭਰਮ ਪਾਲਿਆ ਜਾ ਰਿਹਾ, ਜਦੋਂ ਕਿ ਅਜਿਹਾ ਕੁਛ ਵੀ ਨਹੀਂ ਹੈ। ਰੱਬ ਦੀਆਂ ਦਿੱਤੀਆਂ ਤਾਂ ਜੇ ਮੰਨ ਲਈਏ ਇੰਨੀਆਂ ਦਾਤਾਂ ਨੇ ਇੱਥੇ, ਅਸੀਂ ਗਿਣਤੀ ਨਹੀਂ ਕਰ ਸਕਦੇ। ਇਹ ਧਰਤੀ ਜੇ ਕੋਈ ਰੱਬ ਇਹਦੇ ਪਿੱਛੇ ਮੰਨ ਲਈਏ, ਇਹ ਧਰਤੀ ਸਾਨੂੰ ਰੱਬ ਨੇ ਦੇ ਦਿੱਤੀ ਹੈ, ਤੇ ਹੋਰ ਅਸੀਂ ਕੀ ਭਾਲਦੇ ਹਾਂ। ਸੂਰਜ ਰੱਬ ਨੇ ਦੇ ਦਿੱਤਾ ਹੈ, ਹੋਰ ਇਦੋਂ ਵਧੀਆ ਚੀਜ਼ ਸਾਨੂੰ ਕਿੱਥੋਂ ਲੱਭੇਗੀ। ਚੰਦ ਦੇ ਦਿੱਤਾ ਹੈ, ਤਾਰੇ ਦੇ ਦਿੱਤੇ ਨੇ, ਹਵਾ ਅੱਗ ਪਾਣੀ ਦੇ ਦਿੱਤਾ ਹੈ, ਸਾਡਾ ਸੋਹਣਾ ਸਰੀਰ ਦੇ ਦਿੱਤਾ ਹੈ, ਤੇ ਫਿਰ ਅਸੀਂ ਹੋਰ ਕੀ ਲੱਭਣ ਜਾਂਦੇ ਹਾਂ। ਇਹ ਸਰੀਰ ਤੋਂ ਕੰਮ ਕਿਵੇਂ ਲੈਣਾ ਹੈ, ਇਹਦੀ ਵਰਤੋਂ ਕਿਵੇਂ ਕਰਨੀ ਹੈ, ਇਹਨੂੰ ਸੰਭਾਲ ਕੇ ਕਿਵੇਂ ਰੱਖਣਾ ਹੈ, ਇਹ ਅਸੀਂ ਆਪਣੇ ਦਿਮਾਗ ਤੋਂ ਜੇ ਕੰਮ ਲਵਾਂਗੇ ਤਾਂ ਫਿਰ ਅਸੀਂ ਇਹਦੀ ਵਧੀਆ ਵਰਤੋਂ ਕਰ ਸਕਾਂਗੇ। ਰੱਬ ਕਿਵੇਂ ਮਿਲਦਾ ਹੈ, ਉਹ ਤਾਂ ਮਿਲ ਚੁੱਕਿਆ ਹੋਇਆ ਹੈ, ਭਾਵ ਕਿ ਸਾਨੂੰ ਸੋਹਣੀਆਂ ਸਰੀਰ ਇਹ ਰੱਬ ਨੇ ਦੇ ਦਿੱਤਾ ਹੈ, ਤੇ ਹੁਣ ਇਹਦੇ ਤੋਂ ਕੰਮ ਲਓ ਧਰਤੀ ਦੇ ਉੱਤੇ। ਰੱਬ ਨੂੰ ਖੁਸ਼ ਕਰਨ ਦਾ ਤਰੀਕਾ, ਭਗਤੀ ਕਰਨ ਦਾ ਤਰੀਕਾ, ਇੱਥੇ ਸਦੀਆਂ ਤੋਂ ਲੋਕਾਂ ਨੇ ਭਗਤੀ ਤਪੱਸਿਆ ਕਰਕੇ ਆਪਣੇ ਸਰੀਰ ਦਾ ਤੇ ਆਪਣੇ ਸਮਾਜ ਦਾ ਨਾਸ ਤਾਂ ਬਹੁਤ ਮਾਰ ਦਿੱਤਾ, ਪਰ ਰੱਬ ਕਿਤੇ ਵੀ ਨਹੀਂ ਲੱਭਿਆ, ਤੇ ਜੰਗਲਾਂ 'ਚ ਭਟਕਦੇ ਰਹੇ। ਇੱਕੋ ਆਸ ਮਨ ਦੇ ਵਿੱਚ ਬਣੀ ਰਹੀ, ਚਲੋ ਜੇ ਇਸ ਜਨਮ 'ਚ ਰੱਬ ਨਹੀਂ ਮਿਲਦਾ ਤਾਂ ਫਿਰ ਅਗਲੇ ਜਨਮ 'ਚ ਅਸੀਂ ਰੱਬ ਨੂੰ ਜ਼ਰੂਰ ਪਾ ਲਵਾਂਗੇ। ਜੇ ਇਸ ਜਨਮ 'ਚ ਸੋਹਣੀਆਂ ਔਰਤਾਂ ਨਹੀਂ ਮਿਲੀਆਂ ਤਾਂ ਅਗਲੇ ਜਨਮ 'ਚ ਸਾਨੂੰ ਪਰੀਆਂ ਮਿਲ ਜਾਣਗੀਆਂ। ਜੇ ਇਸ ਜਨਮ 'ਚ ਸ਼ਰਾਬਾਂ ਪੀਣ ਨੂੰ ਨਹੀਂ ਮਿਲੀਆਂ ਤਾਂ ਅਗਲੇ ਜਨਮ 'ਚ ਅਸੀਂ ਸਵਰਗ 'ਚ ਜਾ ਕੇ ਸ਼ਰਾਬਾਂ ਪੀਵਾਂਗੇ। ਭਾਵ ਕਿ ਜਿਹੜੀਆਂ ਚੀਜ਼ਾਂ ਦੀ ਇੱਥੇ ਲੋੜ ਆਦਮੀ ਨੇ ਮਹਿਸੂਸ ਕੀਤੀ ਪਰ ਇੱਥੇ ਉਹ ਪ੍ਰਾਪਤ ਨਹੀਂ ਕਰ ਸਕਿਆ, ਤਾਂ ਪੁਜਾਰੀ ਨੇ ਉਹਨੂੰ ਲਾਰਾ ਲਾ ਦਿੱਤਾ ਕਿ ਜਿਹੜਾ ਕੋਈ ਤੇਰੇ ਕੋਲ ਹੈ ਸਾਨੂੰ ਦੇ ਦੇ, ਤੂੰ ਭਗਤੀ ਕਰ, ਸਿਮਰਨ ਕਰ, ਤਪੱਸਿਆ ਕਰ, ਇਹ ਸਾਰਾ ਕੁਝ ਤੈਨੂੰ ਅਗਲੇ ਜਨਮ 'ਚ ਮਿਲ ਜਾਵੇਗਾ, ਮੈਂ ਗਰੰਟੀ ਦਿੰਦਾ ਹਾਂ। ਗੁਰੂ ਪਿਆਰ ਵਾਲਿਓ, ਇਸ ਤਰ੍ਹਾਂ ਬੜਾ ਕੁਝ ਲੁੱਟਿਆ ਗਿਆ। ਉਹ ਲੋਕ ਮੂਰਤੀਆਂ ਦੀ ਪੂਜਾ ਕਰਦੇ ਸੀ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਗਿਆਨ ਦਾ ਖਜ਼ਾਨਾ ਹੈ, ਇਹ ਤੋਂ ਗਿਆਨ ਲੈ ਕੇ ਸੋਹਣੇ ਇਨਸਾਨ ਬਣਨਾ, ਇਹ ਸਾਨੂੰ ਭੁੱਲ ਗਿਆ ਹੋਇਆ। ਇਸ ਕਰਕੇ ਰੱਬ ਨੂੰ ਕਿਵੇਂ ਮਿਲਦਾ ਹੈ, ਜਦੋਂ ਉਹਦਾ ਸਰੀਰ ਹੀ ਨਹੀਂ ਹੈ ਤਾਂ ਮਿਲੇਗਾ ਕਿਵੇਂ। ਉਹ ਸਰੀਰ ਧਰ ਕੇ ਆਵੇਗਾ, ਆ ਕੇ ਹੱਥ ਬੰਨ੍ਹ ਕੇ ਖਲੋ ਜਾਵੇਗਾ, ਕਿਉਂ ਭਗਤਾ ਤੂੰ ਮੈਨੂੰ ਯਾਦ ਕੀਤਾ ਸੀ, ਦੱਸ ਮੈਂ ਕੀ ਕੰਮ ਕਰਾਂ। ਮੈਨੂੰ ਪਤਾ ਹੈ ਕਿ ਤੂੰ ਤਾਂ ਹੱਥ ਬੰਨ੍ਹੀ ਬੈਠਾ ਹੈ, ਕੰਮ ਤੂੰ ਆਪ ਕਰਨਾ ਕੋਈ ਨਹੀਂ, ਚਲੋ ਭਾਈ ਮੈਂ ਤੇਰਾ ਨੌਕਰ ਲੱਗ ਜਾਣਾ, ਇੱਥੇ ਮੈਂ ਕੰਮ ਕਰੀ ਜਾਂਦਾ। ਕੀ ਇਹੋ ਹੀ ਚਾਹੁੰਦੇ ਹੋ ਰੱਬ ਕੋਲੋਂ। ਤੇ ਭਗਤੀ ਕਰਨ ਦੇ ਨਾਲ ਉਹ ਆਵੇਗਾ ਕਿੱਥੋਂ, ਬੈਠੇਗਾ ਕਿੱਥੇ। ਜਿਹਨੇ ਸੂਰਜ ਬਣਾਇਆ, ਧਰਤੀ ਬਣਾਈ, ਜੇ ਰੱਬ ਨੂੰ ਸਰੀਰ ਧਾਰੀ ਮੰਨ ਲਈਏ ਉਹ ਫਿਰ ਕਿੱਡਾ ਕੁ ਵੱਡਾ ਹੋਵੇਗਾ। ਸਾਡੇ ਕੋਲ ਤਾਂ ਉਹਨੂੰ ਬਿਠਾਉਣ ਨੂੰ ਤੇ ਖੜਾਉਣ ਨੂੰ ਵੀ ਥਾਂ ਨਹੀਂ ਹੈ। ਤੇ ਗੁਰੂ ਪਿਆਰ ਵਾਲਿਓ, ਇਹ ਪੁਜਾਰੀ ਨੇ ਬਹੁਤ ਕੁਝ ਸਾਡੇ ਦਿਮਾਗ ਦੇ ਵਿੱਚ ਪਾ ਦਿੱਤਾ। ਸਾਡਾ ਦਿਮਾਗ ਸੋਚਣ ਸਮਝਣ ਤੋਂ ਅਸਮਰੱਥ ਹੋ ਗਿਆ, ਤੇ ਇਸ ਕਰਕੇ ਅਸੀਂ ਪੁਜਾਰੀ ਦੇ ਪਿੱਛੇ ਪਿੱਛੇ ਸਦੀਆਂ ਤੋਂ ਲੱਗੇ ਹੋਏ ਹਾਂ। ਆਪਣੇ ਦਿਮਾਗ ਦੇ ਜੋ ਬੰਦ ਦਰਵਾਜ਼ੇ ਨੇ ਉਹ ਖੋਲ੍ਹੀਏ ਅਤੇ ਆਪ ਆਪਣੇ ਜੀਵਨ ਨੂੰ ਸੁਧਾਰੀਏ, ਸੰਵਾਰੀਏ। ਰੱਬ ਨੇ ਤਾਂ ਸਾਨੂੰ ਬੇਅੰਤ ਪਦਾਰਥ ਦੇ ਦਿੱਤੇ ਨੇ, ਉਹਨਾਂ ਨੂੰ ਵਰਤਣਾ ਸਿੱਖ ਲਈਏ। ਤੇ ਜੇ ਅਕਲਮੰਦ ਬਣਾਂਗੇ ਤਾਂ ਸਾਨੂੰ ਸਰੀਰ ਵੀ ਵਧੀਆ ਤਰੀਕੇ ਵਰਤਣਾ ਆ ਜਾਵੇਗਾ। ਧਰਤੀ ਦੇ ਉਤਲੇ ਪਦਾਰਥ ਨੇ ਜਿਹੜੇ, ਉਹ ਵੀ ਸਾਨੂੰ ਵਰਤਣੇ ਆ ਜਾਣਗੇ। ਵਰਨਾ ਅਸੀਂ ਇਸੇ ਤਰ੍ਹਾਂ ਆਪਣਾ ਜੀਵਨ ਜਿਹੋ ਜਿਹਾ ਮਿਲਿਆ, ਜਿਹੋ ਜਿਹਾ ਨਾ ਮਿਲਿਆ, ਇੱਥੋਂ ਚਲੇ ਜਾਵਾਂਗੇ। ਰੱਬ ਨੂੰ ਮਿਲਣਾ ਅਤੇ ਖੁਸ਼ ਕਰਨਾ ਇਹ ਪੁਜਾਰੀ ਦੀਆਂ ਕਾਢਾਂ ਨੇ। ਰੱਬ ਨੂੰ ਕੋਈ ਮਿਲਣ ਦਾ ਅਜਿਹਾ ਸਾਧਨ ਨਹੀਂ ਹੈ, ਤੇ ਨਾ ਕੋਈ ਇਹਨੂੰ ਖੁਸ਼ ਕਰਨ ਦਾ ਸਾਧਨ ਹੈ। ਤੇ ਇਹ ਸਾਰਾ ਕੁਝ ਅਡੰਬਰ ਰਚਿਆ ਹੋਇਆ ਜਿਹੜਾ ਪੁਜਾਰੀ ਦਾ, ਇਹਨੇ ਗੁਰਬਾਣੀ ਨੇ ਸਾਰੇ ਕਾਸੇ ਨੂੰ ਪੂਰੀ ਤਰ੍ਹਾਂ ਰੱਦ ਕੀਤਾ। ਗੁਰਬਾਣੀ ਨੇ ਇਹ ਆਖਿਆ ਕਿ ਤੁਸੀਂ ਆਪਣੇ ਅੰਦਰ ਦੇ ਰੱਬ ਨੂੰ ਪਛਾਣੋ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਵਾਲ ਨੰਬਰ 302 ਭਾਈ ਅਵਿੰਦਰ ਸਿੰਘ, ਸ਼ਹੀਦ ਭਗਤ ਸਿੰਘ ਨਗਰ ਤੋਂ। ਇਹਨਾਂ ਦਾ ਸਵਾਲ ਹੈ, ਬਾਬਾ ਬੁੱਢਾ ਜੀ ਤੇ ਮਾਤਾ ਗੰਗਾ ਜੀ ਬਾਰੇ ਜੋ ਸਾਖੀ ਹੈ ਪੁੱਤਰ ਪ੍ਰਾਪਤੀ ਵਾਲੀ, ਕੀ ਇਹ ਸੱਚ ਹੈ। ਗੁਰੂ ਪਿਆਰ ਵਾਲਿਓ, ਗੁਰੂ ਸਾਹਿਬਾਨ ਦਾ ਅਤੇ ਸਤਿਕਾਰਯੋਗ ਮਾਤਾਵਾਂ ਦਾ ਇਹਨਾਂ ਅਖੌਤੀ ਇਤਿਹਾਸਕਾਰਾਂ ਨੇ ਤੇ ਅਖੌਤੀ ਸਾਖੀਕਾਰਾਂ ਨੇ ਬਹੁਤ ਜ਼ਿਆਦਾ ਅਪਮਾਨ ਕੀਤਾ ਹੈ। ਜੇ ਅਜੇ ਵੀ ਆਪਾਂ ਨਾ ਜਾਗੇ ਤਾਂ ਫਿਰ ਮੂੰਹ ਦਿਖਾਉਣ ਜੋਗੇ ਕਿਤੇ ਨਹੀਂ ਰਵਾਂਗੇ। ਇਹ ਇੰਨੀਆਂ ਗੰਦੀਆਂ ਸਾਖੀਆਂ ਸਾਡੀਆਂ ਸਟੇਜਾਂ 'ਤੇ ਸੁਣਾਈਆਂ ਜਾ ਰਹੀਆਂ ਨੇ। ਬਾਬਾ ਬੁੱਢਾ ਜੀ ਕੋਲੇ ਪੁੱਤਰ ਦੀ ਪ੍ਰਾਪਤੀ ਵਾਸਤੇ ਮਾਤਾ ਗੰਗਾ ਜੀ ਭੇਜ ਦਿੱਤੀ, ਤੇ ਗੁਰੂ ਅਰਜਨ ਸਾਹਿਬ ਨੇ ਆਪ ਭੇਜੀ ਕਿ ਇੰਨੇ ਸਾਲ ਹੋ ਗਏ ਸਾਡੇ ਪੁੱਤਰ ਨਹੀਂ ਹੋਇਆ, ਇਹਦਾ ਪੁੱਤਰ ਤਾਂ ਜਿਹੜਾ ਦੇ ਸਕਦਾ ਹੁਣ ਬਾਬਾ ਬੁੱਢਾ ਦੇ ਸਕਦਾ। ਗੁਰੂ ਅਰਜਨ ਸਾਹਿਬ ਦੇ ਮੂੰਹੋਂ ਇਹ ਗੱਲਾਂ ਅਖਵਾ ਦਿੱਤੀਆਂ ਸਾਖੀਕਾਰਾਂ ਨੇ। ਤੇ ਮਾਤਾ ਗੰਗਾ ਜੀ ਰਾਜੇ ਮਹਾਰਾਜਾ ਵਾਂਗੂ ਰੱਥ ਜੋੜ ਕੇ ਤੇ ਸ਼ਾਨੋ ਸ਼ੌਕਤ ਨਾਲ ਗਏ, ਤੇ ਬਾਬਾ ਬੁੱਢਾ ਜੀ ਨੇ ਸ਼ਰਾਬ ਵੀ ਦੇ ਦਿੱਤਾ ਫਿਰ ਕਿ ਆ ਕਿਹਨੂੰ ਵਕਤ ਪੈ ਗਿਆ, ਗੁਰੂ ਕਿਆਂ ਨੂੰ ਵਕਤ ਪੈ ਗਿਆ। ਤੇ ਵਕਤ ਪੈਣ ਦਾ ਮਤਲਬ ਸੀ ਕਿ ਮੁਸੀਬਤ ਪੈ ਗਈ। ਤੇ ਕਹਿੰਦੇ ਜੀ ਮਾਤਾ ਜੀ ਨਾਰਾਜ਼ ਹੋ ਕੇ ਫਿਰ ਵਾਪਸ ਆ ਗਏ।
फिर गुरु साहब तो पुछया भी हुण की करा। गुरु साहब कहंदे निमरता नाल जा, पैदल चल के जा, नंगे पैरी जा, ते मिस्सियां रोटियां लैके जा, गंढा लैके जा, लस्सी लैके जा। आ जबड़ियां मारियां पईयां ने इन्हां साखियां 'च। शर्म नाल डुੱਬ के मरन वाली गल है। ये साखियां सुणाईयां जा रहीआं ने ते सुणन वाले नीवियां पा के सुण रहे ने। ते फिर माता गंगा जी कहंदे उसे तरह निमरता नाल गंढा आदिक लैके गई। ते फिर बाबा बुढ़ा जी ने वो गंढा भन्निया ते विचों एक छोटी जी पीची निकल के वो दूर जा पाई गंढे दे विचों। ते बाबा बुढ़ा जी ने आख्या कि लो इहो जिहा बहादुर पुत्तर पैदा होवेगा। हद हो गई, गंढियां चों पुत्तर निकलदे ने। ते फिर इत्थों तक भी साखी 'च लिखिया है कि बाबा बुढ़ा जी ने माता गंगा जी नूं पर्ची दे उत्ते लिख के एक मंत्र दिता ते माता जी नूं कहा कि इहनूं मूँह 'च पा के चूसना शुरू कर दिओ। ते माता जी ने वो पर्ची मंत्र वाला कागज़ सी जिहड़ा मूँह 'च पाया, चूसिया ते उस वक्त उन्हां दा पेट फुल गया, भाव के बच्चा ठहर गया। ते बच्चा ठहरिया ही नहीं बल्कि पूरा 9 महीनों का अंदर तुरत बन गया। ते माता जी वापस आ गए। ते वापस आके जदों ढिड फुलिया होया देखिया सारिਆਂ ने, कहंदे भंगड़े पाए ते खुशियां मनाइयां गुरु अर्जन साहब ने भी कि वाह वाह कमाल हो गई है, एडी छेती बच्चा भी तैयार हो गया है गर्भ दे विच। ते ਉਹ फिर विष्णु का अवतार गुरु हरगोबिंद साहब माता गंगा जी के पेट दे विचों बाद दे विच जन्म लिया। अगे होर भी गंदी तो गंदी साखी है, सारी काहनूं आपां विस्तार जाना है। ये बहुत घटिया साखियां ने। जे इउं वरां नाल पुत्तर मिलदे हुंदे तां मैं तां बेअंत सवाल इहो जे पहलां भी रखे होए ने। ते बेबे नानकी दे घर पुत्तर जां धी पैदा नहीं होया। वो सके भरा गुरु नानक साहब की सकी भैन सी ते गुरु नानक साहब ने अरदास करके गंढा भन्न के उन्होंने कोई पुत्र नहीं दिता है। उन्होंने कह दिता कि भैन जी जे तुहाडा जी नहीं लगता, मेरे कोले 2 बेटे ने कि तुसीं लै लो। ते कहंदे ने श्री चंद काफ़ी देर तक बचपन दे विच बेबे नानकी कोल भी रहा। खैर ये गल्लां वखरियां ने कि वो किन्ना चिर रहा ते किन्ना चिर नहीं रहा, पर पुत्र किसी अरदास नाल जां गंढा भन्नण नाल बेबे नानकी दे भी नहीं होया। फिर बहुत कुछ अगे तो अगे चली जाता है। तो मैं तो ये भी कहण ते मजबूर हाँ, इत्थे श्रोमणी कमेटी का 27 साल तक रहा प्रधान सरदार गुरचरण सिंह टौड़ा। ਉਹਦੇ घर ना पुत्र ना धी कुछ भी नहीं पैदा होया। बेअंत ਵੱਡੇ अदारे ਦੇ ਉੱਤੇ ਉਹ हैड ਸੀ ਸਾਰੇ अदारे ਦਾ। बहुत पाठ कीते, जथेदारां ने बड़ियां अरदासां कीतियां ਉਹਦੇ वास्ते, पर ਉਹਦੇ घर पुत्र पैदा ना होया। ਉਹਨੇ फिर एक धी गोद ले ली ਤੇ ਉਹਨੂੰ ਆਪਣਾ ਸਾਰਾ ਕੁਝ ਬਾਅਦ ਦੇ ਵਿੱਚ ਸੌਂਪ ਦਿੱਤਾ। ਤੇ ਇਸੇ ਤਰ੍ਹਾਂ ਉਹ ਜ਼ਿੰਦਗੀ ਭੋਗ ਕੇ ਵਾਪਸ ਸੰਸਾਰ ਤੋਂ ਵਿਦਾ ਹੋ ਗਿਆ। ਤੇ ਇਸੇ ਤਰ੍ਹਾਂ ਅਕਾਲ ਤਖਤ ਦਾ ਸਾਬਕਾ ਜਥੇਦਾਰ ਜਿਹੜਾ ਪਹਿਲਾਂ ਜਥੇਦਾਰ ਕਈ ਸਾਲ ਤੱਕ ਰਹਿ ਚੁੱਕੇ ਹੈ, ਜੋਗਿੰਦਰ ਸਿੰਘ ਬਦੰਤੀ, ਉਹਨੇ ਲੋਕਾਂ ਦੀਆਂ ਅਰਦਾਸਾਂ ਤਾਂ ਕਰਦਾ ਸੀ ਪੁੱਤਰਾਂ ਵਾਸਤੇ, ਪਰ ਉਹਦੇ ਆਪਣੇ ਘਰ ਕੋਈ ਪੁੱਤਰ ਨਹੀਂ ਸੀ, ਕੇਵਲ ਇੱਕ ਧੀ ਸੀ। ਤੇ ਉਹ ਜਿਹੜਾ ਕਿ ਅਕਾਲ ਤਖਤ ਦਾ ਜਥੇਦਾਰ ਵੀ ਪੁੱਤਰ ਵਾਸਤੇ ਤਰਸਦਾ ਰਿਹਾ ਤੇ ਉਹਦੀ ਮਨੋਕਾਮਨਾ ਪੂਰੀ ਨਹੀਂ ਹੋਈ। ਤੇ ਤੁਸੀਂ ਕੀ ਸਮਝੋਗੇ, ਤੁਹਾਨੂੰ ਪੁੱਤਰ ਮਿਲ ਜਾਣਗੇ ਇਸ ਤਰ੍ਹਾਂ? ਇਹ ਸਾਰਾ ਕੁਝ ਬਹੁਤ ਵੱਡਾ ਅਡੰਬਰ ਹੈ ਤੇ ਸਾਨੂੰ ਬੇਵਕੂਫ ਬਣਾਇਆ ਗਿਆ। ਇਹ ਸਾਧ ਸੰਤ ਇਹਨਾਂ ਸਾਖੀਆਂ ਨੂੰ ਉਭਾਰਦੇ ਨੇ ਤਾਂ ਕਿ ਲੋਕੀ ਇਹ ਸਾਖੀਆਂ ਸੁਣ ਕੇ ਸਾਧਾਂ ਦੇ ਡੇਰਿਆਂ ਤੇ ਜਾਣ ਤੇ ਉੱਥੋਂ ਪੁੱਤਰਾਂ ਦੀ ਪ੍ਰਾਪਤੀ ਵਾਸਤੇ ਅਰਦਾਸਾਂ ਨਾ ਕਰਾਉਣ। ਬਲਕਿ ਇਕੱਲੀਆਂ ਅਰਦਾਸਾਂ ਨਾਲ ਗੁਜ਼ਾਰਾ ਨਹੀਂ ਹੁੰਦਾ, ਬਹੁਤ ਸਾਰੇ ਨਜਾਇਜ਼ ਤਰੀਕੇ ਜਿਹੜੇ ਕਿ ਪਬਲਿਕ ਦੇ ਵਿੱਚ ਬਿਆਨ ਨਹੀਂ ਕੀਤੇ ਜਾ ਸਕਦੇ, ਉਹ ਪੁੱਤਰ ਦੇਣ ਵਾਸਤੇ ਗੰਦੇ ਰਾਹ ਅਪਣਾਏ ਜਾਂਦੇ ਨੇ। ਤੇ ਜੇ ਕਿਤੇ ਜਨਮੇ ਪੁੱਤਰ ਦਾ ਅਤੇ ਸਾਧ ਦਾ ਅਤੇ ਪੁੱਤਰ ਦੇ ਪਿਤਾ ਦਾ DNA ਟੈਸਟ ਕਰਾਇਆ ਜਾਵੇ ਤਾਂ ਉਥੋਂ ਡੇਰੇ ਤੋਂ ਮਿਲਿਆ ਪੁੱਤਰ ਹੈ, ਉਹ ਸਾਧ ਨਾਲ ਉਹਦਾ DNA ਮਿਲੇਗਾ, ਉਹਦੇ ਬਾਪ ਨਾਲ ਨਹੀਂ ਮਿਲੇਗਾ। ਤੇ ਤਲਾਕ ਵੀ ਹੋ ਸਕਦਾ ਹੈ ਪਤੀ ਪਤਨੀ ਦਾ, ਅਤੇ ਸਾਧ ਨੂੰ ਜੇਲ੍ਹ ਵੀ ਹੋ ਸਕਦੀ ਹੈ। ਇਹ ਸਾਰਾ ਕੁਝ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ, ਸਖਤਾਈ ਵਰਤਣ ਦੀ ਲੋੜ ਹੈ ਤੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਇਹਨਾਂ ਡੇਰਿਆਂ ਤੇ, ਇਹਨਾਂ ਸਾਧਾਂ ਕੋਲੇ, ਇਹਨਾਂ ਭਾਈਆਂ ਕੋਲੇ ਪੁੱਤਰ ਦੀਆਂ ਪ੍ਰਾਪਤੀਆਂ ਵਾਸਤੇ ਨਾ ਜਾਈਏ। ਜੇ ਕਿਸੇ ਦੇ ਘਰ ਧੀ ਪੁੱਤਰ ਨਹੀਂ ਪੈਦਾ ਹੋਇਆ ਤਾਂ ਡਾਕਟਰੀ ਇਲਾਜ ਕਰਵਾਓ। ਉਹ ਲੜਕੀ ਦੇ ਵਿੱਚ, ਔਰਤ ਦੇ ਵਿੱਚ ਨੁਕਸਾ ਹੈ ਜਾਂ ਆਦਮੀ ਦੇ ਵਿੱਚ ਨੁਕਸਾ ਹੈ, ਇਹ ਟੈਸਟ ਕਰਨ ਤੋਂ ਬਾਅਦ ਚੰਗੇ ਹਸਪਤਾਲਾਂ ਦੇ ਡਾਕਟਰ ਹੀ ਦੱਸ ਸਕਦੇ ਨੇ। ਇਹ ਅਰਦਾਸਾਂ ਨਾਲ, ਇਹ ਕਦੇ ਜਿਹੜੇ ਸੇਬ ਨੇ, ਕੇਲੇ ਨੇ ਜਾਂ ਹੋਰ ਕੋਈ ਇਹੋ ਜਿਹਾ ਤੋਹਫਾ ਜਿਹੜਾ ਦਿੱਤਾ ਜਾਂਦਾ ਡੇਰਿਆਂ 'ਚੋਂ, ਉਹਦੇ ਨਾਲ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ। ਬਾਬਾ ਬੁੱਢਾ ਜੀ ਵਾਲੀ ਸਾਖੀ ਸਰੇਆਮ ਝੂਠੀ ਹੈ ਤੇ ਮਾਤਾ ਗੰਗਾ ਜੀ ਦਾ ਅਪਮਾਨ ਕਰਨ ਵਾਲੀ ਹੈ। ਇਹ ਕਹਾਣੀ ਵੀ ਰੱਦ ਕੀਤੀ ਜਾਵੇ ਤੇ ਤੁਸੀਂ ਵੀ ਇਸ ਰਾਹ 'ਤੇ ਨਾ ਤਰੋ। ਆਪਣੀਆਂ ਨੂੰਹਾਂ ਧੀਆਂ ਦਾ ਅਪਮਾਨ ਡੇਰਿਆਂ ਦੇ ਵਿੱਚ ਨਾ ਕਰਵਾਓ, ਸਾਵਧਾਨ ਹੋਵੋ।
ਸਵਾਲ ਨੰਬਰ 303 ਡਾਕਟਰ ਵਰਿਆਮ ਸਿੰਘ ਭਿਓਵੇ ਤੋਂ। ਇਹਨਾਂ ਦਾ ਸਵਾਲ ਹੈ, ਗੁਰਬਾਣੀ ਵਿੱਚ ਪੂਜਾ ਅਰਚਨਾ ਦਾ ਸਖਤ ਵਿਰੋਧ ਕੀਤਾ ਗਿਆ ਹੈ। ਫਿਰ ਭਾਈ ਗੁਰਦਾਸ ਦੀ ਲਿਖਤ ਵਿੱਚ ਜਿਵੇਂ ਲਿਖਿਆ ਹੋਇਆ ਹੈ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਪਰ ਇਹਦਾ ਕੀ ਭਾਵ ਹੋਇਆ? ਇੱਥੇ ਗੁਰੂ ਪਿਆਰ ਵਾਲਿਓ ਭਾਵ ਅਰਥ ਲੈਣੇ ਹੁੰਦੇ ਨੇ, ਸਿੱਧੇ ਸ਼ਬਦ ਅਰਥ ਆਪਾਂ ਨਹੀਂ ਕਰ ਸਕਾਂਗੇ। ਭਾਈ ਗੁਰਦਾਸ ਦੀਆਂ ਵਾਰਾਂ 'ਚੋਂ ਵੀ, ਗੁਰਬਾਣੀ 'ਚੋਂ ਵੀ ਅਤੇ ਸਾਡੀ ਨਿੱਤ ਦੀ ਬੋਲ ਚਾਲ ਦੇ ਵਿੱਚੋਂ ਵੀ ਅਸੀਂ ਅਲੰਕਾਰਕ ਤੌਰ 'ਤੇ ਬਹੁਤ ਕੁਝ ਬੋਲਦੇ ਹਾਂ। ਅਲੰਕਾਰਕ ਦਾ ਮਤਲਬ ਹੁੰਦਾ ਕਿਸੇ ਗੱਲ ਨੂੰ ਹੋਰ ਵਜ਼ਨਦਾਰ, ਸੋਹਣੀ, ਪ੍ਰਭਾਵਸ਼ਾਲੀ ਬਣਾਉਣ ਵਾਸਤੇ ਸ਼ਬਦਾਵਲੀ ਦੀ ਚੋਣ ਵਿਸ਼ੇਸ਼ ਢੰਗ ਨਾਲ ਕੀਤੀ ਜਾਂਦੀ ਹੈ। ਮਿਸਾਲ ਦੇ ਤੌਰ 'ਤੇ ਗੁਰੂ ਨਾਨਕ ਸਾਹਿਬ ਦੀਆਂ ਮੁਸ਼ਕਲਾਂ ਨੂੰ ਬਿਆਨ ਕਰਦੇ ਹੋਏ ਭਾਈ ਗੁਰਦਾਸ ਜੀ ਇਹ ਵੀ ਤਾਂ ਲਿਖਦੇ ਨੇ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਅਤੇ ਇਸੇ ਕਰਕੇ ਸ਼ਬਦ ਅਰਥਾਂ ਨੂੰ ਸਮਝਣ ਵਾਲੇ ਕਥਾਵਾਚਕਾਂ ਨੇ ਇਹੀ ਕਹਿ ਦਿੱਤਾ ਕਿ ਗੁਰੂ ਸਾਹਿਬ ਰੇਤ ਦਾ, ਅੱਕ ਦਾ ਖਾਣਾ ਖਾਂਦੇ ਸੀ ਅਤੇ ਧਰਤੀ 'ਤੇ ਰੋੜ ਵਿਛਾ ਕੇ ਉੱਤੇ ਸੌਂਦੇ ਸੀ। ਇਹ ਗੱਲਾਂ ਜਾਇਜ਼ ਨਹੀਂ ਹੁੰਦੀਆਂ। ਭਾਵ ਅਰਥ ਲਈਦੇ ਹੁੰਦੇ ਨੇ ਕਿ ਭਾਵ ਹੈ ਗੁਰੂ ਸਾਹਿਬ ਨੇ ਬਹੁਤ ਮੁਸ਼ਕਲਾਂ ਝੱਲੀਆਂ। ਹੁਣ ਜਿਵੇਂ ਗੁਰਬਾਣੀ 'ਚ ਆਉਂਦਾ, ਅੱਖੀਂ ਕਾਢ ਧਰੀ ਗੁਰ ਚਰਣੀ, ਵਿੱਚ ਅੱਖੀਂ ਪੈਰ ਧਰਾਈ। ਕਿੰਨੇ ਕੁ ਸਿੱਖ ਨੇ ਜਿਹੜਿਆਂ ਨੇ ਆਪਣੀਆਂ ਅੱਖਾਂ ਕੱਢ ਕੇ ਗੁਰੂ ਦੇ ਅੱਗੇ ਧਰ ਦਿੱਤੀਆਂ ਅਤੇ ਗੁਰੂ ਦੇ ਪੈਰ ਆਪਣੀਆਂ ਅੱਖਾਂ ਵਾਲੇ ਟੋਇਆਂ ਦੇ ਵਿੱਚ ਧਰਵਾ ਲਏ? ਨਹੀਂ ਹੋ ਸਕੇਗਾ ਇਸ ਤਰ੍ਹਾਂ। ਇਸੇ ਤਰ੍ਹਾਂ ਗੁਰ ਕੇ ਚਰਨ ਬਸੈ ਮੇਰਾ ਹੀਰਾ, ਸੰਗ ਪਨੀਤਾ ਦੇਹੀ। ਗੁਰੂ ਦੇ ਚਰਨ ਮੇਰੇ ਹਿਰਦੇ 'ਚ ਵਸਦੇ ਨੇ ਅਤੇ ਗੁਰੂ ਦਾ ਸ਼ਬਦ ਕਿਉਂ ਨਹੀਂ ਵਸਦਾ? ਚਰਨ ਹੀ ਕਿਉਂ ਵਸਦੇ ਨੇ? ਜਾਂ ਫਿਰ ਚਰਨ ਸਾਧ ਕੇ ਧੋਏ ਧੋਏ ਪੀਓ। ਹੁਣ ਕਿਹੜੇ ਸਾਧ ਦੇ ਚਰਨ ਧੋ ਕੇ ਪੀਏ ਆਪਾਂ? ਗੁਰੂ ਪਿਆਰ ਵਾਲਿਓ, ਇਹਦਾ ਭਾਵ ਹੁੰਦਾ ਕਿ ਗੁਰੂ ਸਾਹਿਬ ਬਹੁਤ ਮਹਾਨ ਨੇ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਅਤੇ ਉਹ ਸਤਿਕਾਰ ਕਰਨ ਦਾ ਭਾਵ ਵੀ ਇਹ ਹੈ ਕਿ ਅਸੀਂ ਉਹਨਾਂ ਦੀ ਗੱਲ ਮੰਨਦੇ ਹਾਂ। ਜੇ ਆਪਾਂ ਗੁਰੂ ਨੂੰ ਆਪਣਾ ਪਿਤਾ ਮੰਨਦੇ ਹਾਂ ਸਾਰੇ ਜਣੇ, ਤਾਂ ਉਹਦੀ ਪੂਜਾ ਨਹੀਂ ਕਰਨੀ ਹੁੰਦੀ, ਬਲਕਿ ਉਹਦੀ ਗੱਲ ਮੰਨ ਕੇ ਉਹਦੀ ਵਿਚਾਰਧਾਰਾ ਨੂੰ ਹੋਰ ਅੱਗੇ ਲਿਜਾਣਾ ਹੁੰਦਾ। ਅਸੀਂ ਮਰੀ ਇਸੇ ਕਰਕੇ ਗਏ ਹਾਂ, ਅਸੀਂ ਹਰੇਕ ਚੀਜ਼ ਦੀ ਪੂਜਾ ਕਰਨ ਲੱਗ ਪਏ। ਹੁਣ ਇੱਥੇ ਤਾਂ ਫਿਰ ਸੋਚਣ ਵਾਲੀ ਗੱਲ ਹੈ, ਗੁਰੂ ਨਾਨਕ ਸਾਹਿਬ ਨੇ ਤਾਂ ਸਾਰੀ ਧਰਤੀ ਦੇ ਉੱਤੇ, ਜਿਵੇਂ ਕਿ ਭਾਈ ਗੁਰਦਾਸ ਨੇ ਲਿਖਿਆ, ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ। ਬਾਬੇ ਨੇ ਤਾਂ ਚਾਰੇ ਚੱਕ, 9 ਖੰਡ, ਸਾਰੀ ਪ੍ਰਿਥਵੀ ਦਾ ਪਾਰ ਨਿਸਤਾਰਾ ਕਰ ਦਿੱਤਾ। ਪਰ ਕੀ ਧਰਤੀ ਦੇ ਉੱਤੋਂ ਪਾਪ ਮੁੱਕ ਗਏ? ਕੀ ਸਾਰੇ ਕਿਤੇ ਗੁਰੂ ਨਾਨਕ ਸਾਹਿਬ ਗਏ ਸੀ ਇਹਨਾਂ ਥਾਵਾਂ 'ਤੇ? ਉਹ ਤਾਂ ਬਹੁਤ ਥਾਵਾਂ 'ਤੇ ਜਾ ਹੀ ਨਹੀਂ ਸਕੇ, ਕਿਉਂਕਿ ਉਦੋਂ ਜਾਣ ਦੇ ਸਾਧਨ ਹੈ ਨਹੀਂ ਸੀ। 9 ਖੰਡ ਕਿੱਥੇ ਨੇ? ਉਹਨਾਂ 'ਤੇ ਤਾਂ ਅੱਜ ਤੱਕ ਵੀ ਕੋਈ ਨਹੀਂ ਜਾ ਸਕਦਾ ਕਿ ਇਹਨਾਂ ਨੂੰ 9 ਖੰਡ ਆਖੋਗੇ। ਇਹ ਪਿਆਰਿਓ, ਜਿਹੜੀਆਂ ਪ੍ਰਭਾਵਸ਼ਾਲੀ ਗੱਲਾਂ ਲੋਕਾਂ ਦੇ ਵਿੱਚ ਪ੍ਰਚਲਿਤ ਹੁੰਦੀਆਂ ਨੇ, ਉਹਨਾਂ ਨੂੰ ਅਲੰਕਾਰਕ ਤੌਰ 'ਤੇ ਵਰਤਿਆ ਜਾਂਦਾ। ਸਿੱਖਾਂ ਨੇ ਇਹਦੇ ਅੱਖਰੀ ਅਰਥ ਲੈ ਕੇ ਹਰੇਕ ਨੇ ਕਹਿ ਦਿੱਤਾ ਕਿ ਇੱਥੇ ਬਾਬਾ ਜੀ ਨੇ ਪੈਰ ਧਰਿਆ ਸੀ, ਲਓ ਜੀ ਇਹ ਵੀ ਪੂਜਣਯੋਗ ਥਾਂ ਬਣ ਗਈ ਹੈ। ਅਤੇ ਫਿਰ ਗੁਰੂ ਸਾਹਿਬ ਤਾਂ ਇੱਕ ਇੱਕ ਕਦਮ ਪੁੱਟਦੇ ਹੋਏ ਲਗਾਤਾਰ ਕਿੰਨਾ ਲੰਮਾ ਦੌਰਾ ਕਰਦੇ ਰਹੇ ਨੇ। ਫਿਰ ਗੁਰਦੁਆਰਿਆਂ ਦੀਆਂ ਲਾਈਨਾਂ ਲਾ ਦਈਏ, ਵਿਚਕਾਰ ਵਿੱਥ ਕਾਹਦੇ ਵਾਸਤੇ ਰੱਖੀ ਆਪਾਂ ਨੇ? ਕਿਸੇ ਗੁਰਦੁਆਰੇ ਦੇ ਵਿੱਚ 5 ਮੀਲ ਦਾ ਫਰਕ ਹੈ, ਕਿਸੇ 'ਚ 50 ਮੀਲ ਦਾ ਫਰਕ ਹੈ, ਫਿਰ ਤਾਂ ਵਿੱਥ ਹੋਣੀ ਨਹੀਂ ਚਾਹੀਦੀ, ਕਿਉਂਕਿ ਗੁਰੂ ਸਾਹਿਬ ਤਾਂ ਤੁਰ ਕੇ ਗਏ ਨੇ, ਲਾਈਨਾਂ ਲੱਗੀਆਂ ਹੁਣ ਸਾਰੇ ਪਾਸੇ ਗੁਰਦੁਆਰੇ ਹੀ ਗੁਰਦੁਆਰਿਆਂ ਦੀਆਂ। ਸੋ ਇਹ ਭਾਵ ਅਰਥ ਨਹੀਂ ਹੁੰਦੇ, ਇਹ ਭਾਵ ਅਰਥ ਹੁੰਦੇ ਨੇ, ਸ਼ਬਦ ਅਰਥ ਨਹੀਂ ਹੋ ਸਕਦੇ ਹੁੰਦੇ। ਅਤੇ ਇਸ ਤਰ੍ਹਾਂ ਇੱਥੇ ਇਹ ਵੀ ਲਿਖਿਆ ਹੋਇਆ ਹੈ ਗੁਰਬਾਣੀ ਦੇ ਵਿੱਚ ਕਿ ਗੁਰੂ ਧੰਨ ਧੰਨ ਰਾਮਦਾਸ ਗੁਰੂ, ਜਿਹਨੇ ਸਿਰਿਆ ਤਿਨੀ ਸੰਵਾਰਿਆ। ਜਿਹਨੇ ਗੁਰੂ ਰਾਮਦਾਸ ਨੂੰ ਸਿਮਰਿਆ ਅਤੇ ਉਹਦਾ ਜੀਵਨ ਸੁਧਰ ਗਿਆ। ਪਰ ਕਿੰਨਿਆਂ ਕੁ ਦਾ ਸੁਧਰ ਗਿਆ? ਦਰਬਾਰ ਸਾਹਿਬ ਦੇ ਵਿੱਚ ਬੈਠਿਆਂ ਦਾ ਨਹੀਂ ਸੁਧਰਿਆ ਅਜੇ ਤੱਕ। ਇਹ ਭਾਵਨਾ ਪ੍ਰਗਟ ਕਰਨ ਦਾ ਇੱਕ ਢੰਗ ਹੁੰਦਾ, ਸਤਿਕਾਰ ਕਰਨ ਦਾ ਇੱਕ ਤਰੀਕਾ ਹੁੰਦਾ। ਅਤੇ ਅਸੀਂ ਦੂਜੇ ਨੂੰ ਵੇਖ ਕੇ, ਜਿਹੜਾ ਸਾਡੇ ਪਿਆਰ ਵਾਲਾ ਉਹਨੂੰ ਵੇਖ ਕੇ, ਮਿਲ ਕੇ ਅਸੀਂ ਝਟਪਟ ਕਹਿ ਦਿੰਦੇ ਹਾਂ, ਤੁਹਾਨੂੰ ਤਾਂ ਮਿਲ ਕੇ ਮੇਰਾ ਦਿਲ ਬਾਗ ਬਾਗ ਹੋ ਗਿਆ। ਅਤੇ ਜੇ ਅੱਗੋਂ ਕੋਈ ਬੰਦਾ ਆ ਕੇ ਵੀ ਦਿਲ ਦੇ ਵਿੱਚ ਦੱਸ ਕਿਹੜੇ ਬਾਗ ਖਿੜੇ ਹੋਏ ਨੇ, ਕਿਉਂ ਝੂਠ ਬੋਲੀ ਜਾਂਦਾ? ਨਹੀਂ, ਇਹ ਇੱਕ ਖੁਸ਼ੀ ਪ੍ਰਗਟ ਕਰਨ ਦਾ ਢੰਗ ਹੈ। ਉਹ ਫਲਾਣੇ ਨੂੰ ਵੇਖ ਕੇ ਤਾਂ ਮੇਰੇ ਅੰਦਰ ਅੱਗ ਲੱਗ ਗਈ। ਕੋਈ ਆ ਕੇ ਵੀ ਝੂਠ ਬੋਲਦਾ, ਕਿੱਥੇ ਧੂੰਆਂ ਨਿਕਲਿਆ, ਤੂੰ ਚੰਗਾ ਭਲਾ ਤਾਂ ਨਜ਼ਰ ਆਉਣਾ। ਇਹ ਵੀ ਇੱਕ ਗੁੱਸਾ ਪ੍ਰਗਟ ਕਰਨ ਦਾ ਇੱਕ ਢੰਗ ਹੈ। ਸੋ ਇਸ ਤਰ੍ਹਾਂ ਇਹ ਭਾਵ ਅਰਥ ਵਾਲੀ ਭਾਵਨਾ ਹੈ।
ਬੋਲੀ ਦੇ ਵਿੱਚ ਉਹਨੂੰ ਆਪਾਂ ਸਮਝਣਾ ਹੁੰਦਾ ਹੈ। ਆਪਣਾ ਸ਼ਬਦਾਂ ਦੇ ਰਾਹੀਂ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਸ਼ਬਦਾਂ ਦੀ ਚੋਣ ਕਰਨ ਲੱਗੇ ਇਹ ਲਿਖਣ ਵਾਲੇ ਨੇ, ਬੋਲਣ ਵਾਲੇ ਨੇ ਸੋਚਣਾ ਹੁੰਦਾ ਹੈ ਕਿ ਮੇਰੀ ਆਖੀ ਗੱਲ ਦਾ ਕਿਵੇਂ ਸੰਗਤ ਦੇ ਉੱਤੇ, ਦੂਜਿਆਂ ਦੇ ਉੱਤੇ ਕਿਵੇਂ ਪ੍ਰਭਾਵ ਪਵੇਗਾ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖੀਦਾ। ਇਹ ਧਰਤੀ ਨੂੰ, ਮਿੱਟੀ ਨੂੰ ਪੂਜਣ ਦਾ ਕੋਈ ਫਾਇਦਾ ਨਹੀਂ। ਇੱਥੇ ਗੰਦ ਵੀ ਧਰਤੀ 'ਤੇ ਬਥੇਰਾ ਪਿਆ ਹੋਇਆ ਅਤੇ ਇੱਥੇ ਸਾਫ ਸੁਥਰੇ ਵੀ ਥਾਂ ਬਥੇਰੇ ਹੈਗੇ ਨੇ ਅਤੇ ਇਹ ਪੂਜਣ ਵਾਲੀ ਕੋਈ ਥਾਂ ਨਹੀਂ ਹੈ। ਗੁਰੂ ਸਾਹਿਬ ਨੇ ਤਾਂ ਆਪਣੇ ਆਪ ਦੀ ਪੂਜਾ ਕਰਨ ਨੂੰ ਕਿਤੇ ਵੀ ਨਹੀਂ ਕਿਹਾ। ਇਹ ਕੇਵਲ ਭਾਵਨਾ ਪ੍ਰਗਟ ਕਰਨ ਦੇ ਤਰੀਕੇ ਹੁੰਦੇ ਆ। ਸਵਾਲ ਨੰਬਰ 304 ਭਾਈ ਨਿਰਮਲ ਸਿੰਘ ਡਰੌਲੀ, ਜ਼ਿਲ੍ਹਾ ਪਟਿਆਲਾ। ਇਹਨਾਂ ਦਾ ਸਵਾਲ ਹੈ, ਬਾਬਾ ਦੀਪ ਸਿੰਘ ਦੀ ਕਹਾਣੀ ਜੋ ਬਿਨਾਂ ਸਿਰ ਤੋਂ ਜੰਗ ਲੜਨ ਵਾਲੀ ਹੈ, ਇਸ ਬਾਰੇ ਸੱਚ ਕੀ ਹੈ? ਇਹ ਵਿਗਿਆਨਕ ਸੱਚ ਇਹ ਹੈ ਕਿ ਜਦੋਂ ਕਿਸੇ ਵੀ ਜੀਵ ਦਾ, ਜਿਹੜੇ ਕਿ ਤੁਰਦੇ ਫਿਰਦੇ ਜੀਵ ਨੇ, ਇਹਨਾਂ ਦਾ ਸਾਹ ਦੀ ਨਾੜੀ ਜਾਣੀ ਕਿ ਆਕਸੀਜਨ ਅਤੇ ਖੂਨ ਦਾ ਜਿਹੜਾ ਦੌਰਾ ਹੈ ਇਹਦਾ ਠੀਕ ਚੱਲਣ ਨਾ ਹੋਵੇ, ਲਿੰਕ ਟੁੱਟ ਜਾਵੇ, ਤਾਂ ਆਕਸੀਜਨ ਤੋਂ ਬਿਨਾਂ ਅਤੇ ਖੂਨ ਦੇ ਸਰਕੂਲੇਸ਼ਨ ਤੋਂ ਬਿਨਾਂ ਇਹ ਜੀਵ ਕੋਈ ਵੀ ਜਿਉਂਦਾ ਨਹੀਂ ਰਹਿ ਸਕਦਾ। ਅਤੇ ਬਾਬਾ ਦੀਪ ਸਿੰਘ ਦੇ ਨਾਲ ਵੀ ਇਹੋ ਹੀ ਕਹਾਣੀ ਇਹਨਾਂ ਨੇ, ਲੋਕਾਂ ਨੇ ਜੋੜ ਲਈ ਹੈ। ਅਸਲ ਦੇ ਵਿੱਚ ਇਹਦੀ ਭਾਵਨਾ ਬਣਦੀ ਹੁੰਦੀ ਹੈ, ਸੀਸ ਤਲੀ 'ਤੇ ਰੱਖ ਕੇ ਨਹੀਂ, ਜਾਨ ਤਲੀ 'ਤੇ ਰੱਖ ਕੇ ਲੜਨਾ, ਭਾਵ ਕਿ ਬੇਖੌਫ ਹੋ ਕੇ ਲੜਨਾ, ਡਰ ਆਪਣੇ ਮਨ ਦੇ ਵਿੱਚੋਂ ਕੱਢ ਕੇ ਲੜਨਾ। ਇਹ ਤਾਂ ਇਹ ਵੀ ਕਹਾਣੀ ਫਿਰ ਅੱਗੋਂ ਚੱਲੀ ਹੋਈ ਹੈ ਕਿ ਪੰਜਾਂ ਪਿਆਰਿਆਂ ਨੇ ਵੀ ਸੀਸ ਆਪਣੇ ਗੁਰੂ ਗੋਬਿੰਦ ਸਿੰਘ ਅੱਗੇ ਭੇਟ ਕੀਤੇ, ਕਿ ਉਹਨਾਂ ਨੇ ਕੱਟ ਕੇ ਭੇਟ ਕੀਤੇ ਸੀ। ਅਤੇ ਇਸੇ ਗੱਲ ਦੇ ਭਾਵ ਅਰਥ ਛੱਡ ਕੇ, ਸ਼ਬਦ ਅਰਥ ਲੈ ਕੇ ਟਕਸਾਲ ਵਾਲਿਆਂ ਨੇ ਉਹਨਾਂ ਦੇ ਸੀਸ ਕੱਟੇ ਹੋਏ ਗੁਰੂ ਸਾਹਿਬ ਦੇ ਅੱਗੇ ਰਖਵਾ ਦਿੱਤੇ। ਇਹਨਾਂ ਦੀਆਂ ਕਿਤਾਬਾਂ 'ਚ ਵਿੱਚ ਵੀ ਲਿਖਿਆ ਹੋਇਆ। ਅੱਜ ਕੱਲ੍ਹ ਤਾਂ ਫੋਟੋਆਂ ਬਣਨੋਂ ਹਟ ਗਈਆਂ। ਮੈਂ ਫੋਟੋਆਂ ਵੀ ਉਹ ਵੇਖੀਆਂ ਨੇ ਜਿਹੜੇ ਸਾਰੇ ਇਹ ਪੰਜੇ ਪਿਆਰੇ ਆਪੋ ਆਪਣੇ ਸੀਸ ਗੁਰੂ ਸਾਹਿਬ ਦੇ ਅੱਗੇ ਕੱਟ ਕੇ ਧਰ ਰਹੇ ਨੇ। ਇਹ ਫੋਟੋਆਂ ਵੀ ਪਹਿਲਾਂ ਹੀ ਪ੍ਰਚਲਿਤ ਹੋਈਆਂ ਸੀ ਕਾਫੀ ਦੇਰ ਤੱਕ। ਖੈਰ, ਅਤੇ ਇੱਥੇ ਤਾਂ ਜਿਹੜੇ ਹੋਰ ਸਿੱਖ ਨੇ ਬੇਅੰਤ, ਜਿਨ੍ਹਾਂ ਨੇ ਬਹਾਦਰੀ ਭਰੇ ਕਾਰਨਾਮੇ ਕੀਤੇ ਨੇ, ਜੰਗ ਯੁੱਧ ਲੜੇ ਨੇ, ਅਤੇ ਉਹ ਵੀ ਸਾਰੇ ਸੀਸ ਤਲੀ 'ਤੇ ਰੱਖੀ ਹੀ ਫਿਰਦੇ ਸੀ, ਭਾਵ ਕਿ ਬੇਖੌਫ ਹੋ ਕੇ ਦੁਸ਼ਮਣ ਦੇ ਨਾਲ ਲੜ ਰਹੇ ਸੀ। ਆਪਣੇ ਘਰ ਘਾਟ ਤਿਆਗ ਚੁੱਕੇ ਸੀ, ਜੰਗਲਾਂ ਦੇ ਵਿੱਚ ਫਿਰ ਰਹੇ ਸੀ। ਜੇ ਗ੍ਰਿਫਤਾਰੀ ਵੀ ਹੋ ਗਈ, ਭਾਵੇਂ ਕਿਤਨੇ ਵੀ ਤਸੀਹੇ ਦਿੱਤੇ ਗਏ, ਪਰ ਆਪਣੇ ਅਸੂਲਾਂ 'ਤੇ ਪਰਪੱਕਤਾ ਨਾਲ ਪਹਿਰਾ ਦਿੰਦੇ ਰਹੇ। ਇਹ ਸੀ ਇਹਦੀ ਭਾਵਨਾ। ਪਰ ਕੁਛ ਕੁ ਲੋਕਾਂ ਨੇ ਇਹਨੂੰ ਸੀਸ ਕੱਟ ਕੇ ਤਲੀ 'ਤੇ ਰੱਖਣ ਵਾਲੀ ਕਹਾਣੀ ਉਡਾ ਦਿੱਤੀ। ਪਰ ਸਾਡੇ ਵਿੱਚ ਸੋਚਣ ਸਮਝਣ ਦੀ ਸਮਰੱਥਾ ਇੰਨੀ ਨਹੀਂ ਹੈ, ਅਤੇ ਆਪਾਂ ਇਹਨਾਂ ਕਥਾਵਾਚਕਾਂ ਨੂੰ ਸੱਚੋ ਸੱਚ ਸਮਝ ਕੇ ਇਹਨਾਂ ਦੀਆਂ ਕਹਾਣੀਆਂ ਨੂੰ ਅਸੀਂ ਆਪਣੇ ਦਿਮਾਗ ਵਿੱਚ ਬਿਠਾ ਲੈਂਦੇ ਹਾਂ, ਸਿਰ ਝੁਕਾ ਦਿੰਦੇ ਹਾਂ। ਸਵਾਲ ਜਵਾਬ ਕਰਦਾ ਕੋਈ ਨਹੀਂ। ਜੇ ਕੋਈ ਕਰ ਵੀ ਲਵੇ ਤਾਂ ਜਿਹੜਾ ਪ੍ਰਚਾਰਕ ਹੈ ਉਹ ਕਹਿੰਦਾ ਇਹ ਤਾਂ ਜੀ ਸ਼ਰਧਾ ਦੀਆਂ ਗੱਲਾਂ ਹੁੰਦੀਆਂ ਨੇ। ਜਿੱਥੇ ਸ਼ਰਧਾ ਹੁੰਦੀ ਹੈ ਉੱਥੇ ਕਮਲਾਪਣ ਹੁੰਦਾ ਹੈ, ਜਿੱਥੇ ਤਰਕ ਹੁੰਦਾ ਹੈ ਉੱਥੇ ਗਿਆਨ ਹੁੰਦਾ ਹੈ, ਉੱਥੇ ਅਕਲ ਹੁੰਦੀ ਹੈ। ਇਹੋ ਜਿਹੀਆਂ ਕਹਾਣੀਆਂ ਸਾਰੀ ਦੁਨੀਆ ਦੇ ਧਰਮਾਂ ਵਿੱਚ ਹੀ ਮੌਜੂਦ ਨੇ। ਮੁਹੰਮਦ ਸਾਹਿਬ ਨਾਲ ਵੀ ਕਰਾਮਾਤਾਂ ਬੜੀਆਂ ਜੁੜੀਆਂ ਨੇ, ਗੁਰੂ ਸਾਹਿਬ ਨਾਲ ਵੀ ਜੋੜ ਦਿੱਤੀਆਂ ਗਈਆਂ, ਅਤੇ ਦੇਵੀ ਦੇਵਤਿਆਂ ਨਾਲ ਵੀ ਬਹੁਤ ਨੇ। ਯਹੂਦੀਆਂ ਦੇ ਪੁਰਾਣੇ ਸਾਹਿਤ ਦੇ ਵਿੱਚ ਵੀ ਬਹੁਤ ਇਹੋ ਜਿਹੀਆਂ ਕਰਾਮਾਤੀ ਕਹਾਣੀਆਂ ਨੇ। ਉਹਨਾਂ ਦਾ ਵੀ ਇੱਕ ਬਹੁਤ ਪੁਰਾਣਾ ਜਿਹੜਾ ਪ੍ਰਚਾਰਕ ਸੀ, ਪਾਦਰੀ ਸੀ ਈਸਾਈਆਂ ਦਾ, ਉਹਦਾ ਵੀ ਸਿਰ ਕੱਟ ਕੇ ਆਪਣੇ ਲੰਮੇ ਸਫ਼ਰ ਦੇ ਵਿੱਚ ਤੁਰਿਆ ਫਿਰਦਾ ਰਿਹਾ। ਉਹ ਬੁੱਤ ਵੀ ਬਣੇ ਪਏ ਨੇ ਉਹਦੇ, ਅਤੇ ਨੈੱਟ ਦੇ ਉੱਤੇ, ਯੂਟਿਊਬ ਦੇ ਉੱਤੇ ਉਹਦਾ ਇਹ ਜਿਹੜੀ ਹੈ ਫੋਟੋ ਉਹ ਵੀ ਵੇਖੀ ਜਾ ਸਕਦੀ ਹੈ, ਅੱਜ ਤੱਕ ਮੌਜੂਦ ਪਈ ਹੈ। ਸੋ ਇਹ ਕਹਾਣੀਆਂ ਬਾਅਦ ਦੇ ਵਿੱਚ ਘੜੀਆਂ ਜਾਂਦੀਆਂ ਨੇ, ਸ਼ਬਦ ਅਰਥਾਂ ਨੂੰ ਸਾਹਮਣੇ ਲਿਆਂਦਾ ਜਾਂਦਾ, ਉਹਦੇ ਭਾਵ ਅਰਥ ਭੁਲਾ ਦਿੱਤੇ ਜਾਂਦੇ ਨੇ। ਸੋ ਸਿਰ ਕੱਟ ਕੇ ਕੋਈ ਬੰਦਾ ਇਸ ਤਰ੍ਹਾਂ ਨਹੀਂ ਸਫ਼ਰ ਕਰ ਸਕਦਾ, ਨਹੀਂ ਜੰਗ ਲੜ ਸਕਦਾ। ਇਹ ਮਗਰੋਂ ਬਣਾਈਆਂ ਗਈਆਂ। ਇਹਨਾਂ ਖਾਸ ਕਰਕੇ ਮਹਿਤੇ ਚੌਂਕ ਟਕਸਾਲ ਵਾਲਿਆਂ ਨੇ ਇਹ ਜ਼ਿਆਦਾ ਗੱਲਾਂ ਉਭਾਰੀਆਂ ਨੇ, ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਦੀ ਸੰਸਥਾ ਨਾਲ ਜੋੜਿਆ ਹੋਇਆ ਕਿ ਸਾਡੀ ਟਕਸਾਲ ਉਹਨਾਂ ਤੋਂ ਚੱਲੀ ਹੈ। ਜਦੋਂ ਕਿ ਗੁਰੂ ਸਾਹਿਬ ਨਾ ਟਕਸਾਲਾਂ ਚਲਾਉਣ ਆਏ ਸੀ, ਨਾ ਡੇਰੇ ਚਲਾਉਣ ਆਏ ਸੀ। ਉਹਨਾਂ ਨੇ ਸਾਰੇ ਇਕਸਾਰ ਸਿੱਖ ਬਣਾਏ ਨੇ, ਅਤੇ ਉਦੋਂ ਵੀ ਉਹਨਾਂ ਨੇ ਇਕਸਾਰਤਾ ਵਾਲਾ ਹੋਕਾ ਦਿੱਤਾ ਸੀ। ਕਿਸੇ ਨੂੰ ਉੱਚਾ ਨੀਵਾਂ, ਵੱਡਾ ਛੋਟਾ ਇਸ ਤਰ੍ਹਾਂ ਨਹੀਂ ਬਣਾਇਆ ਕਿ ਬਾਬਾ ਦੀਪ ਸਿੰਘ ਤਾਂ ਸੀਸ ਤਲੀ 'ਤੇ ਰੱਖ ਸਕਦਾ ਅਤੇ ਬਾਕੀ ਹੋਰ ਕੋਈ ਰੱਖ ਹੀ ਨਹੀਂ ਸਕਦਾ। ਫਿਰ ਤਾਂ ਸਾਨੂੰ ਸਾਰਿਆਂ ਨੂੰ ਰੱਖ ਲੈਣੇ ਚਾਹੀਦੇ ਨੇ। ਫਿਰ ਹੋਰ ਜਿਹੜੇ ਟਕਸਾਲ ਵਾਲੇ ਨੇ, ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਸੀਸ ਤਲੀ 'ਤੇ ਕਿਉਂ ਨਹੀਂ ਟਿਕਾਉਂਦੇ ਆਪਣਾ। ਅਤੇ ਇਹ ਸਾਰੀਆਂ ਕਹਾਣੀਆਂ ਮਗਰੋਂ ਘੜੀਆਂ ਜਾਂਦੀਆਂ ਨੇ, ਇਹਦੇ ਵਿੱਚ ਸੱਚਾਈ ਨਹੀਂ ਹੈ। ਸਵਾਲ ਨੰਬਰ 305 ਭਾਈ ਦਿਲਪ੍ਰੀਤ ਸਿੰਘ, ਇਹਨਾਂ ਦਾ ਸਵਾਲ ਹੈ, ਗੁਰੂ ਨਾਨਕ ਸਾਹਿਬ ਜੀ ਨੇ
ਕਿਹਾ ਜਾਂਦਾ ਹੈ ਹਲ ਵਾਹਿਆ, ਖੇਤੀ ਕੀਤੀ, ਪਰ ਦੂਜੇ ਤੋਂ 10ਵੇਂ ਪਾਤਸ਼ਾਹ ਤੱਕ ਕੋਈ ਕਿਰਤ ਨਹੀਂ ਕੀਤੀ। ਉਹਨਾਂ ਦਾ ਖਰਚਾ ਕਿਵੇਂ ਚੱਲਦਾ ਸੀ? ਇੱਥੇ ਧਿਆਨ ਰਵੇ, ਗੁਰੂ ਨਾਨਕ ਸਾਹਿਬ ਇੱਕ ਬਹੁਤ ਵੱਡੇ ਅਮੀਰ ਪਰਿਵਾਰ ਦੇ ਵਿੱਚੋਂ ਸਨ। ਇਹਨਾਂ ਕੋਲੇ ਬਹੁਤ ਸਾਰੀ ਜ਼ਮੀਨ ਸੀ। ਇਹਨਾਂ ਦੇ ਪਿਤਾ ਜੀ ਵੱਡੇ ਅਫਸਰ ਲੱਗੇ ਹੋਏ ਸਨ। ਇਹਨਾਂ ਦੇ ਦਾਦਾ ਜੀ ਵੀ ਵੱਡੇ ਅਫਸਰ ਸਨ ਅਤੇ ਖੁਦ ਗੁਰੂ ਨਾਨਕ ਸਾਹਿਬ ਵੀ ਮੋਦੀ ਦੀ ਨੌਕਰੀ, ਜਿਹੜਾ ਕਿ ਸੂਬੇ ਦਾ ਸਿਵਲ ਸਪਲਾਈ ਮਹਿਕਮੇ ਦਾ ਵੱਡਾ ਅਫਸਰ ਹੁੰਦਾ ਹੈ, ਉਹਨੂੰ ਮੋਦੀ ਕਹਿੰਦੇ ਨੇ। ਭਾਵ ਕਿ ਅੰਨ ਦਾਣੇ ਦਾ ਇੰਚਾਰਜ, ਜਿਹੜਾ ਕਿ ਸਾਰੇ ਸੂਬੇ ਦੇ ਲੋਕਾਂ ਦਾ ਧਿਆਨ ਰੱਖੇ, ਅੰਨ ਦਾਣੇ ਦੀ ਵੰਡ ਕਰੇ, ਉਹਨੂੰ ਮੋਦੀ ਕਿਹਾ ਜਾਂਦਾ ਸੀ। ਅਤੇ ਉਹ ਆਪ ਵੀ ਐਡੇ ਵੱਡੇ ਅਫਸਰ ਸਨ। ਉਹਨਾਂ ਦਾ ਭਣਵਈਆ ਗੁਰੂ ਨਾਨਕ ਸਾਹਿਬ ਦਾ, ਬੇਬੇ ਨਾਨਕੀ ਦਾ ਪਤੀ, ਉਹ ਵੀ ਵੱਡਾ ਅਫਸਰ ਲੱਗਿਆ ਹੋਇਆ ਸੀ। ਸੋ ਉਹਨਾਂ ਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਆਪ ਹਲ ਵਾਹੁਣ ਦੀ ਲੋੜ ਨਹੀਂ। ਇਹ ਸਾਡੇ ਪ੍ਰਚਾਰਕਾਂ ਨੇ ਕਹਾਣੀਆਂ ਘੜੀਆਂ ਨੇ। ਜ਼ਰੂਰੀ ਨਹੀਂ ਕਿ ਸਾਰੇ ਬੰਦੇ ਹਲ ਵਾਹੁਣ ਵਾਲੇ ਐਡੇ ਵੱਡੇ ਸਿਆਣੇ ਵੀ ਹੋ ਸਕਣ। ਅਤੇ ਜਿਹੜੇ ਸਿਆਣੇ ਲੋਕ ਨੇ, ਜੇ ਉਹ ਹਲ ਵਾਹੁਣ ਲੱਗ ਪੈਣ ਤਾਂ ਫਿਰ ਬਾਕੀ ਦੇ ਕੰਮ ਕੌਣ ਕਰੇਗਾ? ਕਦੀ ਸੋਚ ਕੇ ਤਾਂ ਵੇਖੋ। ਹੁਣ ਅੱਜ ਵੀ ਮੁੱਖ ਮੰਤਰੀ, ਪ੍ਰਧਾਨ ਮੰਤਰੀ ਜਾਂ ਡਿਪਟੀ ਕਮਿਸ਼ਨਰ ਖੇਤਾਂ 'ਚ ਜਾ ਕੇ ਕਈ ਵਾਹੁਣ ਲੱਗ ਪਏ, ਹਲ ਵਾਹੁਣ ਲੱਗ ਪਵੇ, ਟਰੈਕਟਰ ਚਲਾਉਣ ਲੱਗ ਪਵੇ, ਤਾਂ ਜਿਹੜੇ ਜ਼ਿੰਮੇਵਾਰੀਆਂ ਸਮਾਜ 'ਤੇ ਕੰਟਰੋਲ ਕਰਨ ਦੀਆਂ, ਕਾਨੂੰਨ ਵਿਵਸਥਾ ਲਾਗੂ ਕਰਨ ਦੀ, ਤਾਂ ਜਿਹੜੇ ਹੋਰ ਅਨੇਕ ਕਾਰੋਬਾਰ ਨੇ ਉਹਨਾਂ ਨੂੰ ਸਹੀ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਇਹਨਾਂ ਦੀ ਹੈ। ਅਤੇ ਜੇ ਇਹ ਆਪ ਸੜਕਾਂ 'ਤੇ ਮਿੱਟੀ ਪਾਉਣ ਲੱਗ ਪੈਣਗੇ ਤਾਂ ਫਿਰ ਉਹ ਸਾਰਾ ਕਾਰੋਬਾਰ ਠੱਪ ਹੋ ਕੇ ਰਹਿ ਜਾਵੇਗਾ। ਗੁਰੂ ਨਾਨਕ ਸਾਹਿਬ ਜਿਹੜਾ ਵੱਡਾ ਕਾਰੋਬਾਰ ਕਰ ਰਹੇ ਸੀ, ਉਹ ਉਹਨਾਂ ਵਾਸਤੇ ਬਹੁਤ ਮਹਾਨ ਸੀ। ਉਹ ਲੋਕਾਂ ਨੂੰ ਜਗਾ ਰਹੇ ਸੀ, ਅਕਲ ਦੇ ਰਹੇ ਸੀ, ਆਪਣੀ ਜ਼ਿੰਦਗੀ ਜਿਉਣ ਦੇ ਤੌਰ ਤਰੀਕੇ ਦੱਸ ਰਹੇ ਸੀ, ਹਕੂਮਤ ਦੇ ਜ਼ੁਲਮਾਂ ਦੇ ਵਿਰੁੱਧ ਖੜ੍ਹੇ ਕਰ ਰਹੇ ਸੀ, ਵਹਿਮਾਂ ਭਰਮਾਂ ਜਾਦੂ ਮੰਤਰਾਂ ਤੋਂ ਮੁਕਤ ਕਰ ਰਹੇ ਸੀ, ਪੁਜਾਰੀਵਾਦ ਨੂੰ ਗਲੋਂ ਲਾਹ ਰਹੇ ਸੀ, ਅਤੇ ਅਨੇਕਾਂ ਢੰਗਾਂ ਨਾਲ ਉਹ ਲੋਕਾਂ ਨੂੰ ਹਿੰਮਤ ਹੌਸਲਾ ਭਰ ਕੇ ਇਨਸਾਨ ਹੋਣ ਦਾ ਅਹਿਸਾਸ ਕਰਵਾ ਰਹੇ ਸੀ। ਉਹਨਾਂ ਦੀ ਇਹ ਖੇਤੀ ਸੀ। ਇਕੱਲੀ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਨਾ, ਜਿਹੜਾ ਕਿ ਪ੍ਰਚਾਰ ਦਿੱਤਾ ਗਿਆ, ਇਹ ਕੋਈ ਜ਼ਰੂਰੀ ਨਹੀਂ ਹੈ। ਅਤੇ ਜਿਹੜੇ ਬਾਕੀ ਗੁਰੂ ਸਾਹਿਬਾਨ ਸੀ, ਉਹਨਾਂ ਨੇ ਵੀ ਇਸੇ ਤਰ੍ਹਾਂ ਲਗਾਤਾਰ ਮਿਹਨਤ ਕੀਤੀ, ਸਮਾਜ ਕਲਿਆਣ ਦੇ ਕਾਰਜ ਕੀਤੇ, ਅਤੇ ਲੋਕੀ ਆਪਣਾ ਦਸਵੰਧ ਰੂਪ 'ਚ ਉਹਨਾਂ ਨੂੰ ਜਿੰਨਾ ਹੋ ਸਕਦਾ ਸੀ ਧਨ ਪਦਾਰਥ, ਅੰਨ ਦਾਣਾ ਦਿੰਦੇ ਸੀ। ਅਤੇ ਇੱਥੋਂ ਤੱਕ ਜੇ ਗੁਰੂ ਗੋਬਿੰਦ ਸਿੰਘ ਜੀ ਹਲ ਵਾਹੁੰਦੇ ਰਹਿੰਦੇ ਅਤੇ ਜੰਗ ਕੌਣ ਲੜਦਾ ਉਹਨਾਂ ਦੀ ਥਾਂ 'ਤੇ ਆ ਕੇ? ਅਤੇ ਜਿਹੜੇ ਸਿੱਖ ਇੰਨੇ ਸਾਰੇ ਆਪਣੇ ਸਭ ਕੁਝ ਛੱਡ ਕੇ ਆਏ ਸੀ, ਅਤੇ ਉਹ ਫਿਰ ਕਿਵੇਂ ਜੰਗ ਲੜਦੇ ਜੇ ਉਹਨਾਂ ਦੇ ਅੰਦਰ ਕੋਈ ਪਰਉਪਕਾਰ ਦੀ ਭਾਵਨਾ ਨਾ ਹੁੰਦੀ? ਸਾਰੇ ਕੰਮ ਹਲ ਵਾਹੁਣ ਨਾਲ ਨਹੀਂ ਹੁੰਦੇ। ਹਲ ਵਾਹੁਣ ਵਾਲੇ ਆਪਣੀ ਥਾਂ 'ਤੇ ਮਹੱਤਵਪੂਰਨ ਨੇ, ਪਰ ਉਹਨਾਂ ਦੇ ਜਿਹੜੀ ਕਿਰਤ ਹੈ, ਕੋਈ ਖੋਹ ਕੇ ਲੈ ਕੇ ਜਾ ਰਿਹਾ ਹੋਵੇ ਤਾਂ ਉਹ ਵੀ ਉਹਨਾਂ ਦੀ ਰਾਖੀ ਦਾ ਕੰਮ ਕਰਨਾ ਜ਼ਰੂਰੀ ਹੈ। ਅੱਜ ਜਿਹੜੇ ਸਾਡੇ ਬਾਰਡਰਾਂ 'ਤੇ ਬੈਠੇ ਨੇ ਫੌਜੀ ਭਰਾ, ਛੋਟੇ ਸਿਪਾਹੀ ਤੋਂ ਲੈ ਕੇ ਵੱਡੇ ਅਫਸਰਾਂ ਤੱਕ, ਉਹ ਹਲ ਨਹੀਂ ਵਾਹੁੰਦੇ, ਉਹ ਦੇਸ਼ ਦੀ ਰਾਖੀ ਕਰਦੇ ਨੇ। ਉਹਦੇ ਬਦਲੇ ਪਰਿਵਾਰਾਂ ਦੇ ਗੁਜ਼ਾਰੇ ਵਾਸਤੇ ਉਹਨਾਂ ਨੂੰ ਤਨਖਾਹ ਮਿਲਦੀ ਹੈ। ਪੁਲਿਸ ਵਾਲੇ ਹਲ ਨਹੀਂ ਵਾਹੁੰਦੇ, ਉਹ ਲੋਕਾਂ ਦਾ ਜੋ ਰਾਖੀ ਕਰਨੀ ਹੈ ਅੰਦਰੂਨੀ ਤੌਰ 'ਤੇ, ਅਤੇ ਉਹ ਕੰਮ ਕਰਦੇ ਨੇ। ਉਹ ਜੇ ਕਿਤੇ ਆਪ ਸਾਰੇ ਹਲ ਵਾਹੁਣ ਲੱਗ ਪੈਣ ਤਾਂ ਅੰਦਰ ਦੀ ਹਾਲਤ ਵਿਗੜ ਜਾਵੇਗੀ। ਇਸ ਤਰ੍ਹਾਂ ਡਾਕਟਰ ਨੇ, ਇੰਜੀਨੀਅਰ ਨੇ, ਵਕੀਲ ਨੇ, ਜੱਜ ਨੇ, ਹੋਰ ਜਿਹੜੇ ਵੱਡੇ ਵੱਡੇ ਬੇਅੰਤ ਮਹਿਕਮੇ ਨੇ, ਉਹਨਾਂ ਨੇ ਆਪੋ ਆਪਣੇ ਢੰਗ ਨਾਲ ਆਪੋ ਆਪਣੀਆਂ ਥਾਵਾਂ 'ਤੇ ਕੰਮ ਕਰਨਾ ਹੁੰਦਾ ਹੈ। ਜਿਹੜਾ ਇਹ ਬਾਰ-ਬਾਰ ਹਲ ਵਾਹੁਣ ਦੀ ਗੱਲ ਆਖੀ ਗਈ ਹੈ, ਉਹਨਾਂ ਜ਼ਮਾਨਿਆਂ 'ਚ ਹੋਰ ਕੰਮ ਇੰਨੇ ਨਹੀਂ ਹੁੰਦੇ ਸੀ। ਇਸੇ ਕਰਕੇ ਗੁਰੂ ਨਾਨਕ ਸਾਹਿਬ ਬਾਰੇ ਕਹਿਤਾ ਕਿ ਉਹ ਤਾਂ ਹਲ ਹੀ ਵਾਹੁੰਦੇ ਸੀ। ਜਿਹੜੇ ਉਹਨਾਂ ਦੇ ਹੋਰ ਕੰਮ ਸੀ ਉਹ ਸਾਰੇ ਭੁਲਾ ਦਿੱਤੇ ਗਏ। ਉਹਨਾਂ ਦਾ ਜ਼ਿਆਦਾ ਵੱਡਾ ਕੰਮ ਸੀ ਸਮਾਜ ਦੇ ਵਿੱਚ ਜਾਗਰਤੀ ਲਿਆਉਣੀ, ਇਨਕਲਾਬ ਪੈਦਾ ਕਰਨਾ, ਜ਼ੁਲਮ ਦੇ ਵਿਰੁੱਧ ਡਟ ਕੇ ਖੜ੍ਹੇ ਹੋ ਜਾਣਾ, ਵਹਿਮਾਂ ਭਰਮਾਂ ਆਦਿਕ ਨੂੰ, ਜਿਹੜੀ ਗੁਲਾਮੀ ਉਹਨਾਂ ਦੀ ਸਾਡੇ ਸਿਰ 'ਤੇ ਪਈ ਹੋਈ ਹੈ, ਉਹਨੂੰ ਉਤਾਰ ਦੇਣਾ, ਨਿਡਰ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ। ਇਹ ਬਹੁਤ ਸਾਰੇ ਵੱਡੇ ਕਾਰਜ ਸੀ। ਹਲ ਜੋੜਨਾ, ਵੱਟਾਂ ਪਾਉਣੀਆਂ, ਗੋਡੀ ਕਰਨੀ, ਪਾਣੀ ਲਾਉਣਾ ਆਪਣੀ ਥਾਂ 'ਤੇ ਮਹੱਤਵਪੂਰਨ ਨੇ, ਪਰ ਇਹ ਡਿਊਟੀਆਂ ਦੀ ਵੰਡ ਹਰੇਕ ਦੀ ਵੱਖੋ ਵੱਖਰੀ ਹੁੰਦੀ ਹੈ। ਖੇਤਾਂ 'ਚ ਪਾਣੀ ਲਾਉਣ ਵਾਲਾ ਕਦੇ ਅਫਸਰ ਦੀ ਡਿਊਟੀ ਨਹੀਂ ਕਰ ਸਕਦਾ, ਉਹ ਜੱਜ ਨਹੀਂ ਬਣ ਸਕਦਾ, ਉਹਨੂੰ ਤਾਂ ਕਾਨੂੰਨ ਦਾ ਪਤਾ ਵੀ ਨਹੀਂ ਹੁੰਦਾ। ਉਹਦੀ ਆਪਣੀ ਜ਼ਿੰਮੇਵਾਰੀ ਹੈ, ਮਿਸਤਰੀ ਦੀ ਆਪਣੀ ਜ਼ਿੰਮੇਵਾਰੀ ਹੈ, ਮਜ਼ਦੂਰ ਆਪਣੀ ਜ਼ਿੰਮੇਵਾਰੀ ਨਿਭਾਵੇ। ਸੋ ਆਪੋ ਆਪਣੀ ਡਿਊਟੀ ਇਮਾਨਦਾਰੀ ਨਾਲ ਦਈਏ। ਇਹੋ ਹੀ ਇਨਕਮ ਹੈ ਅਤੇ ਇਹੋ ਹੀ ਦੇਸ਼ ਦੀ ਸੇਵਾ ਹੈ। ਅਤੇ ਜਿਹਦੇ ਕੋਲ ਯੋਗਤਾ ਹੈ ਉਹ ਅੱਗੇ ਵੀ ਵੱਧ ਸਕਦਾ, ਕੋਈ ਰੋਕ ਨਹੀਂ ਹੈ। ਪਰ ਜਿਹਦੇ ਕੋਲ ਯੋਗਤਾ ਘਟ ਜਾਵੇ ਉਹ ਉੱਪਰਲੇ ਅਹੁਦੇ ਤੋਂ ਥੱਲੇ ਵੀ ਡਿੱਗ ਜਾਂਦਾ। ਇਹ ਵੀ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ। ਸੋ ਗੁਰੂ ਸਾਹਿਬ ਨੇ ਸਮਾਜ ਦੇ ਭਲੇ ਵਾਸਤੇ ਆਪਣਾ ਆਪਾ ਤੱਕ ਕੁਰਬਾਨ ਕਰ ਦਿੱਤਾ, ਬੱਚੇ ਤੱਕ ਵਾਰ ਦਿੱਤੇ, ਪਰਿਵਾਰ ਲੇਖੇ ਲਾ ਦਿੱਤਾ। ਅਜੇ ਵੀ ਕਸਰ ਰਹੇਗੀ ਅਤੇ ਅਜੇ ਵੀ ਸਾਨੂੰ ਨਹੀਂ ਲੱਗਿਆ ਕਿ ਉਹ ਕੋਈ ਪਰਉਪਕਾਰ ਦੇ ਕੰਮ ਕਰ ਰਹੇ ਸੀ। ਅਤੇ ਕੀ ਉਹਨਾਂ ਦਾ ਹਲ ਵਾਹੁਣਾ ਬਹੁਤ ਉੱਤਮ ਸੀ ਇਹਨਾਂ ਵੱਡੇ ਕੰਮਾਂ ਨਾਲੋਂ?
ਉਹ ਹਲ ਵਾਹੁਣ ਵਾਲੇ ਤਾਂ ਅੱਜ ਤੱਕ ਹੋਰ ਬੜੀ ਦੁਨੀਆ ਹੋਈ ਹੈ, ਉਹਨਾਂ ਨੂੰ ਤਾਂ ਕੋਈ ਵੀ ਯਾਦ ਨਹੀਂ ਕਰਦਾ। ਗੁਰੂ ਸਾਹਿਬ ਨੇ ਤਾਂ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਪਿਆਰਿਓ। ਇੱਧਰਲੇ ਪਾਸੇ ਧਿਆਨ ਦਿਓ ਕਿ ਉਹਨਾਂ ਦੇ ਜਿਹੜੇ ਕੰਮ ਸੀ ਉਹ ਦੇਸ਼ ਦੇ ਲੋਕਾਂ ਵਾਸਤੇ ਬਹੁਤ ਜ਼ਰੂਰੀ ਸੀ। ਸਵਾਲ ਨੰਬਰ 306 ਬੀਬੀ ਮਨਦੀਪ ਕੌਰ ਦੁਬਈ ਤੋਂ। ਇਹਨਾਂ ਦਾ ਸਵਾਲ ਹੈ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਇਹ ਸ਼ਬਦ ਦੇ ਕੀ ਅਰਥ ਨੇ? ਜਿਵੇਂ ਕਿ ਅੰਤ ਕਾਲ ਜੇ ਲక్ష్ਮੀ ਸਿਮਰੈ, ਖਾਸ ਕਰਕੇ ਅੰਤ ਕਾਲ ਦਾ ਮਹੀਨਾ ਕੀ ਹੈ? ਇੱਥੇ ਜਦੋਂ ਵੀ ਅਸੀਂ ਸਾਰਾ ਸ਼ਬਦ ਪੜ੍ਹਾਂਗੇ ਆਮ ਤੌਰ 'ਤੇ ਤਾਂ ਹੀ ਇਹਦੀ ਸਮਝ ਆਉਂਦੀ ਹੈ। ਬਹੁਤ ਸਾਰੇ ਭਰਾ ਕਥਾ ਕਰਦਿਆਂ ਅਜਿਹੇ ਗਲਤ ਰਾਹ ਆਪਣੀਆਂ ਸੰਗਤਾਂ ਨੂੰ ਪਾ ਦਿੰਦੇ ਨੇ, ਜਿਹੜਾ ਲੰਮੇ ਸਮੇਂ ਤੱਕ ਨੁਕਸਾਨ ਤਾਂ ਬਹੁਤ ਹੁੰਦਾ ਹੈ ਪਰ ਉਹਦਾ ਫਾਇਦਾ ਕੋਈ ਨਹੀਂ ਹੁੰਦਾ। ਇੱਥੇ ਇਹ ਸ਼ਬਦ ਦਾ ਵੀ ਆਪਾਂ ਕੇਂਦਰੀ ਭਾਵ ਰਹੋ ਵਾਲੀ ਪੰਕਤੀ ਲੈ ਲਈਏ ਅਤੇ ਅਖੀਰਲੀ ਪੰਕਤੀ ਲੈ ਲਈਏ ਤਾਂ ਸਾਰੀ ਗੱਲ ਸਾਫ਼ ਹੋ ਜਾਂਦੀ ਹੈ। ਸਾਡੇ ਕਥਾਵਾਚਕ ਕੋਈ ਮਨਮਰਜ਼ੀ ਦੀ ਇੱਕ ਪੰਕਤੀ ਚੁੱਕ ਲੈਂਦੇ ਨੇ ਅਤੇ ਉਹਦੇ ਮੁਤਾਬਕ ਅਰਥ ਕਰ ਦਿੰਦੇ ਨੇ, ਜਿਹੜਾ ਕੇਂਦਰੀ ਭਾਵ ਹੈ ਉਹ ਗੁਆਚ ਜਾਂਦਾ ਹੈ। ਪਹਿਲੀ ਗੱਲ ਤਾਂ ਗੁਰਬਾਣੀ ਆਵਾਗਮਨ ਨੂੰ ਨਹੀਂ ਮੰਨਦੀ ਅਤੇ ਸਾਡੇ ਪ੍ਰਚਾਰਕਾਂ ਨੇ ਆਵਾਗਮਨ, ਜੰਮਣਾ ਮਰਨਾ, ਅਗਲਾ ਪਿਛਲਾ ਜਨਮ ਉਹ ਸਾਡੇ ਮੱਥੇ ਮੜ੍ਹ ਦਿੱਤਾ ਹੈ। ਹੁਣ ਕਦੀ ਸੋਚ ਕੇ ਵੇਖੋ, ਕਿਹਾ ਜਾਂਦਾ ਹੈ ਪੁਜਾਰੀ ਵੱਲੋਂ ਪ੍ਰਚਾਰਿਆ ਗਿਆ ਕਿ 84 ਲੱਖ ਜੂਨਾਂ ਹੁੰਦੀਆਂ ਨੇ। ਰੱਬ ਦਾ ਕੀ ਦਿਮਾਗ ਖਰਾਬ ਹੋਇਆ ਸੀ, ਇੰਨੀਆਂ ਜੂਨਾਂ ਬਣਾ ਦਿੱਤੀਆਂ ਉਹਨੇ। ਇੰਨੀਆਂ ਜੂਨਾਂ ਨਾ ਬਣਾਉਂਦਾ ਅਤੇ ਥੋੜ੍ਹੀਆਂ ਜਿਹੀਆਂ ਬਣਾ ਦਿੰਦਾ, ਫਿਰ ਉਹਨਾਂ ਦੇ ਹਿਸਾਬ ਕਿਤਾਬ ਰੱਖਣ ਵਾਸਤੇ ਉਦੋਂ ਦੁੱਗਣੇ ਬਣਾ ਦਿੱਤੇ। ਚਿੱਤਰਗੁਪਤ, ਧਰਮਰਾਜ, ਜਮਰਾਜ ਅਤੇ ਉਹਨਾਂ ਦੇ ਹੋਰ ਕਿੰਨੇ ਸਾਰੇ ਹਿਸਾਬ ਕਿਤਾਬ ਰੱਖਣ ਵਾਲੇ ਕਲਰਕ ਅਤੇ ਵੱਡੇ ਅਫਸਰ ਉਹ ਵੀ ਬਣਾਉਣੇ ਪਏ ਹੋਣਗੇ। ਉਹਨਾਂ ਦੇ ਵਾਸਤੇ ਰਹਿਣ ਸਹਿਣ ਨੂੰ ਇਮਾਰਤਾਂ, ਬਿਲਡਿੰਗਾਂ ਬਣਾਉਣੀਆਂ ਪਈਆਂ ਹੋਣਗੀਆਂ ਰੱਬ ਨੂੰ। ਫਿਰ 84 ਲੱਖ ਜੀਵ ਤਾਂ ਇੱਕ ਨਸਲ ਦੀ ਇੱਕ ਗਿਣਤੀ ਹੈ, ਭਾਵ ਕਿ ਮਨੁੱਖ ਹੈਗੇ ਤਾਂ ਅਰਬਾਂ ਦੀ ਗਿਣਤੀ 'ਚ, ਪਰ ਮਨੁੱਖੀ ਨਸਲ ਨੂੰ ਇੱਕ ਕਰਕੇ ਗਿਣਿਆ ਗਿਆ। ਇਸੇ ਤਰ੍ਹਾਂ ਗਧਾ 2 ਲਾ ਲਓ, ਘੋੜਾ 3, ਪਰ ਇਹਨਾਂ ਦੀ ਆਪਣੀ ਗਿਣਤੀ ਤਾਂ ਇੱਕ ਇੱਕ ਨਸਲ ਦੀ ਬੇਅੰਤ ਹੈ। ਅਤੇ ਕਦੀ ਸੋਚ ਕੇ ਵੇਖੋ, 84 ਲੱਖ ਜੂਨਾਂ ਦੇ ਵਿੱਚੋਂ ਦੀ ਲੰਘ ਕੇ ਸਜ਼ਾ ਭੁਗਤ ਕੇ ਇਹ ਪ੍ਰਚਾਰਕ ਕਹਿੰਦੇ ਨੇ ਫਿਰ ਭਾਈ ਮਨੁੱਖਾ ਦੇ ਹੀ ਮਿਲਦੀ ਹੈ। ਇਹ ਰੋਜ਼ਾਨਾ ਪ੍ਰਚਾਰ ਸੁਣਿਆ ਜਾਂਦਾ ਸਟੇਜਾਂ ਤੋਂ, ਸਾਨੂੰ ਗੁੰਮਰਾਹ ਕਰ ਰਹੇ ਨੇ ਲੋਕ। ਅਤੇ ਜਿਹੜੇ ਹੋਰ ਬਹੁਤ ਸਾਰੇ ਧਰਮ ਆਵਾਗਮਨ ਨੂੰ ਮੰਨਦੇ ਹੀ ਨਹੀਂ, ਉਹਨਾਂ ਦਾ ਕੀ ਵਿਗੜ ਗਿਆ? ਸਗੋਂ ਸਾਡੇ ਸਿਰ ਦੇ ਉੱਤੋਂ ਬਹੁਤ ਸਾਰਾ ਭਾਰ ਲੈ ਜਾਂਦਾ ਜੇ ਇਸ ਨੂੰ ਆਵਾਗਮਨ ਦੇ ਜਾਲ ਨੂੰ ਸਿਰ ਤੋਂ ਲਾਹ ਦਈਏ। ਅਤੇ ਇਹਦੇ ਬਹਾਨੇ ਪੁਜਾਰੀ ਸਾਨੂੰ ਬੇਵਕੂਫ ਵੀ ਬਣਾਉਂਦਾ ਹੈ ਅਤੇ ਲੁੱਟ ਕੇ ਵੀ ਖਾਂਦਾ ਹੈ। ਅਸੀਂ ਫਿਰ ਦਾਨ ਆਦਿ ਕਰਦੇ ਹਾਂ, ਨਾਮ ਸਿਮਰਨ ਦੇ ਚੱਕਰਾਂ 'ਚ ਪੈਂਦੇ ਹਾਂ, ਪਾਠ ਮੰਤਰ ਜਾਪ ਭਗਤੀ ਤਪੱਸਿਆ, ਇਹ ਸਾਰਾ ਚੱਕਰ ਫਿਰ 84 ਲੱਖ ਜੂਨਾਂ ਤੋਂ ਬਚਣ ਵਾਸਤੇ, ਪਾਪਾਂ ਦੀ ਨਿਮਰਤੀ ਵਾਸਤੇ ਸਾਨੂੰ ਇਸ ਪਾਸੇ ਤੋਰ ਦਿੱਤਾ ਜਾਂਦਾ। ਅਤੇ ਪੁਜਾਰੀ ਖਾ ਪੀ ਰਿਹਾ, ਗੋਗਣਾ ਵਧਾ ਰਿਹਾ, ਉਹਨੂੰ ਡਰ ਹੀ ਨਹੀਂ ਨਾ 84 ਲੱਖ ਜੂਨਾਂ ਦਾ ਅਤੇ ਨਾ ਕਿਸੇ ਪਾਪ ਦਾ। ਖੂਬ ਦੱਬ ਕੇ ਪੁਜਾਰੀ ਤਬਕਾ ਪਾਪ ਵੀ ਕਰ ਰਿਹਾ ਅਤੇ ਹੋਰ ਅਨੇਕਾਂ ਦੁਸ਼ਟ ਕਰਮ ਕਰ ਰਿਹਾ, ਜਿਹੜੇ ਤਾਂ ਉਹਨੂੰ ਕਦੀ ਡਰ ਨਹੀਂ ਲੱਗਿਆ। ਇੱਥੇ ਭਗਤ ਤਰਲੋਚਨ ਜੀ 526 ਪੰਨੇ 'ਤੇ ਇਹ ਸ਼ਬਦ ਹੈ ਲਿਖਦੇ ਨੇ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਹੇ ਭੈਣ, ਹੇ ਬੀਬੀ, ਹੇ ਮਾਤਾ, ਕਦੀ ਵੀ ਰੱਬ ਨੂੰ ਆਪਣੇ ਮਨ ਤੋਂ ਨਾ ਵਿਸਾਰਿਓ। ਇਹ ਹੈ ਰਹਾਓ ਵਾਲੀ ਪੰਕਤੀ। ਬਸ ਇਹ ਗੱਲ ਯਾਦ ਰਵੇ ਕਿ ਸਾਰੀ ਜ਼ਿੰਦਗੀ ਨੇਕ ਇਨਸਾਨ ਬਣਿਆ ਰਹਿਣਾ, ਸਿਆਣਾ ਮਨੁੱਖ ਬਣਿਆ ਰਹਿਣਾ, ਕਦੇ ਵੀ ਉਹਨੂੰ ਵਿਸਾਰਨਾ ਨਹੀਂ। ਇਹ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ। ਇੱਥੇ ਹੁਣ ਪਹਿਲੀ ਪੰਕਤੀ, ਅੰਤ ਕਾਲ ਜੋ ਲక్ష్ਮੀ ਸਿਮਰੈ। ਅੰਤ ਕਾਲ ਦਾ ਭਾਵ ਹੈ ਇੱਥੇ ਜਿਹੜਾ ਬੰਦਾ ਸਿਰੇ ਤੱਕ, ਹੱਦ ਤੱਕ, ਸਾਰੀਆਂ ਹੱਦਾਂ ਪਾਰ ਕਰਕੇ ਜਿਹੜਾ ਮਾਇਆ ਨਾਲ ਪਿਆਰ ਕਰਦਾ ਹੈ, ਭਾਵ ਕਿ ਪੈਸੇ ਦੇ ਵੱਟੇ ਕਿਸੇ ਦਾ ਘਾਣ ਕਰ ਸਕਦਾ ਹੈ, ਪੈਸੇ ਦੇ ਵੱਟੇ ਇੱਜ਼ਤ ਆਬਰੂ ਆਪਣੀ ਵੇਚ ਸਕਦਾ ਹੈ, ਪੈਸੇ ਦੇ ਕਾਰਨ ਉਹ ਆਪਣਾ ਸਭ ਕੁਛ ਬਰਬਾਦ ਕਰ ਲੈਂਦਾ ਹੈ, ਪਰਿਵਾਰ ਸਮੇਤ ਉਜਾੜ ਲੈਂਦਾ ਹੈ। ਪਰ ਪੈਸਾ ਆ ਜਾਵੇ, ਭਾਵੇਂ ਭੈਣਾਂ ਭਰਾਵਾਂ ਨੂੰ ਕਤਲ ਤੱਕ ਕਰਨਾ ਪੈ ਜਾਵੇ, ਕੋਈ ਵੀ ਨੁਕਸਾਨ ਕਰ ਲਵਾਂ, ਪਰ ਮੇਰੇ ਕੋਲ ਪੈਸਾ ਆਉਣਾ ਚਾਹੀਦਾ। ਸੋ ਇਹ ਜਿਹੜੀ ਸਾਰੀਆਂ ਹੱਦਾਂ ਉਲੰਘ ਕੇ ਅੰਤ ਕਾਲ ਜੋ ਲక్ష్ਮੀ ਸਿਮਰੈ, ਮਾਇਆ ਨਾਲ ਇੰਨਾ ਪਿਆਰ ਕਰਨਾ, ਜਿਵੇਂ ਕਿ ਪ੍ਰਚਲਿਤ ਹੈ ਦੁਨੀਆ ਦੇ ਵਿੱਚ, ਐਸੀ ਚਿੰਤਾ ਮੈਂ ਜੇ ਮਰੈ, ਸਾਰੀ ਉਮਰ ਮਾਇਆ ਦੇ ਕਾਰਨ ਹੀ ਵਿਲਕਦਾ ਤੜਫਦਾ ਮਰ ਜਾਵੇ, ਅਤੇ ਫਿਰ ਕੀ ਹੈ? ਇਹੋ ਜਿਹੇ ਬੰਦੇ ਨੂੰ ਸੱਪ ਹੀ ਆਖਾਂਗੇ ਨਾ, ਹੋਰ ਕੀ ਆਖਾਂਗੇ? ਕਿਉਂਕਿ ਲੋਕਾਂ ਦੇ ਵਿੱਚ ਪ੍ਰਚਲਿਤ ਹੈ ਇਹ ਧਾਰਨਾ ਕਿ ਸੱਪ ਹੈ, ਜਿੱਥੇ ਖਜ਼ਾਨੇ ਹੁੰਦੇ ਨੇ ਉੱਥੇ ਉਹ ਆਮ ਤੌਰ 'ਤੇ
ਮਾਇਆ ਦੇ ਖਜ਼ਾਨੇ ਧਰਤੀ 'ਚ ਦੱਬੇ ਹੁੰਦੇ ਨੇ, ਕਹਿੰਦੇ ਸੱਪ ਉੱਥੇ ਰਹਿੰਦਾ ਹੈ। ਪਰ ਅੱਜ ਤਾਂ ਮਾਇਆ ਦੇ ਖਜ਼ਾਨੇ ਧਰਤੀ 'ਚ ਨਹੀਂ ਹੈਗੇ, ਬੈਂਕਾਂ 'ਚ ਪਈ ਹੈ ਮਾਇਆ, ਸਰਕਾਰਾਂ ਕੋਲੇ ਹੈ, ਪਹਿਰੇ ਲੱਗੇ ਨੇ ਬੰਦੂਕਾਂ ਵਾਲੇ, ਉੱਥੇ ਪਹਿਰੇਦਾਰ ਖੜ੍ਹੇ ਨੇ, ਹੋਰ ਬੜੇ ਪ੍ਰਬੰਧ ਨੇ। ਅਤੇ ਹੁਣ ਤਾਂ ਉਹ ਗੱਲ ਹੀ ਉਲਟ ਪੁਲਟ ਹੋ ਗਈ ਹੈ। ਅਤੇ ਇੱਥੇ ਭਾਵ ਸੀ ਕਿ ਉਹ ਬੰਦਾ ਜਿਹੜਾ ਮਾਇਆ ਨਾਲ ਅੰਨਾ ਹੋ ਕੇ ਪਿਆਰ ਕਰਦਾ, ਸਮਝ ਲਓ ਸੱਪ ਦੀ ਜੂਨੀ ਵਿੱਚ ਹੀ ਹੈ। ਜੂਨੀ ਬਦਲਣ ਦੀ ਗੱਲ ਨਹੀਂ ਹੈ, ਉਸ ਬੰਦੇ ਦੀ ਮਾਨਸਿਕ ਬਣਤਰ ਮਾਨੋ ਸੱਪ ਵਰਗੀ ਜ਼ਹਿਰੀਲੀ ਹੋ ਗਈ ਹੈ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਅੰਤ ਦੀ ਹੱਦ ਤੱਕ ਜ਼ਿੰਦਗੀ ਦੇ ਸਾਰੇ ਪੱਖ ਭੁਲਾ ਦੇਵੇ, ਬਸ ਇੱਕੋ ਹੀ ਗੱਲ ਯਾਦ ਰਹਿ ਜਾਵੇ ਕਿ ਮੈਂ ਤਾਂ ਆਪਣੀ ਕਾਮ ਵਾਸ਼ਨਾ ਪੂਰੀ ਕਰਨੀ ਹੈ, ਵੇਸ਼ਵਾ ਗਮਨੀ ਕਰਨੀ ਹੈ। ਜਿਵੇਂ ਅੱਗੇ ਰਾਜੇ ਮਹਾਰਾਜੇ ਕਿੰਨੇ ਕਿੰਨੇ ਵਿਆਹ ਕਰਾਉਂਦੇ ਸੀ। ਅਮੀਰ ਲੋਕ ਅੱਜ ਵੀ ਵੇਸ਼ਵਾਵਾਂ ਦੇ ਅੱਡਿਆਂ 'ਤੇ ਜਾਂਦੇ ਨੇ, ਵੱਡੇ ਹੋਟਲਾਂ ਦੇ ਵਿੱਚ ਇਹ ਨੀਚ ਕਰਮ ਅੱਜ ਤੱਕ ਵੀ ਹੋ ਰਹੇ ਨੇ। ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਅੰਤ ਕਾਲ ਜੇ ਇਸਤਰੀ ਸਿਮਰੈ, ਭਾਵ ਕਿ ਜਿਹੜਾ ਕਾਮ ਵਾਸ਼ਨਾ 'ਚ ਅੰਨਾ ਹੋ ਜਾਵੇ ਬੰਦਾ, ਬਾਕੀ ਸਾਰੀਆਂ ਜ਼ਿੰਮੇਵਾਰੀਆਂ ਨੂੰ ਭੁਲਾ ਦੇਵੇ, ਇਹੋ ਜਿਹੇ ਪਾਪ ਕਰਮ ਦੁਸ਼ਟ ਕਰਮ ਕਰਦਾ ਹੋਇਆ ਮਰ ਜਾਵੇ ਤੇ ਮਾਨੋ ਉਹਨੇ ਵੇਸ਼ਵਾ ਦੀ ਜ਼ਿੰਦਗੀ ਹੀ ਤਾਂ ਬਤੀਤ ਕੀਤੀ ਹੈ। ਹੋਰ ਕੀ ਹੈ? ਵੇਸ਼ਵਾ ਜੌਨ ਵਲ ਵਲ ਔਤਰੈ। ਹੁਣ ਕਦੀ ਸੋਚ ਕੇ ਦੇਖੋ, ਵੇਸ਼ਵਾ ਦੀ ਕੋਈ ਵੱਖਰੀ ਜੂਨ ਥੋੜ੍ਹਾ ਹੁੰਦੀ ਹੈ, ਉਹ ਵੀ ਤਾਂ ਇਨਸਾਨ ਹੈ, ਪਰ ਉਹਨੂੰ ਸਮਾਜ ਦੇ ਪਾਪੀ ਲੋਕਾਂ ਨੇ, ਦੁਸ਼ਟ ਲੋਕਾਂ ਨੇ ਇਹੋ ਜਿਹੇ ਰਾਹ ਤੋਰ ਦਿੱਤਾ ਹੈ, ਉਹ ਮਜਬੂਰ ਕਰ ਦਿੱਤੀ ਗਈ ਹੈ ਕਿ ਤੈਨੂੰ ਇਹ ਕੰਮ ਕਰਨਾ ਪਵੇਗਾ। ਇਸ ਕਰਕੇ ਉਹਨੇ ਇਹ ਕੰਮ ਕੀਤਾ, ਉਹਨੇ ਖੁਸ਼ੀ ਨਾਲ ਇਹਨੂੰ ਨਹੀਂ ਅਪਣਾਇਆ। ਗੁਰੂ ਸਾਹਿਬ ਜਾਂ ਗੁਰਬਾਣੀ ਦੁਸ਼ਟ ਕਰਮਾਂ ਵਾਲਿਆਂ ਨੂੰ ਇਹੋ ਜਿਹੀ ਅਲੰਕਾਰ ਦੇ ਨਾਲ ਲਾਹਣਤਾਂ ਪਾਉਂਦੇ ਨੇ ਕਿ ਉਹ ਮਨੁੱਖ ਹੀ ਵੇਸ਼ਵਾ ਦੀ ਜੋਨੀ ਵਿੱਚ ਹੈ, ਜਿਹੜਾ ਇਹੋ ਜਿਹੀ ਕਾਮ ਵਾਸ਼ਨਾ 'ਚ ਅੰਨਾ ਹੋਇਆ ਹੋਇਆ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਜਿਹੜਾ ਕੇਵਲ ਔਲਾਦ ਤੱਕ ਸੀਮਿਤ ਹੋ ਗਿਆ, ਆਪਣੇ ਧੀਆਂ ਪੁੱਤਰਾਂ ਦੇ ਪਿਆਰ ਵਿੱਚ ਕੁਛ ਵੀ ਮਾੜੇ ਤੋਂ ਮਾੜਾ ਕੰਮ ਕਰ ਸਕਦਾ ਹੈ, ਫਿਰ ਕੀ ਹੋਵੇਗਾ? ਸੂਕਰ ਜੌਨ ਵਲ ਵਲ ਔਤਰੈ। ਮਾਨੋ ਜਿਵੇਂ ਸੂਰੀ ਕਈ ਸਾਰੇ ਬੱਚੇ 6 ਮਹੀਨਿਆਂ ਵਿੱਚ ਜੰਮਦੀ ਹੈ, ਉਹ ਹਲੇ ਪਲੇ ਵੀ ਨਹੀਂ ਹੁੰਦੇ, ਹੋਰ ਬੱਚੇ ਆ ਜਾਂਦੇ ਨੇ। ਇਸ ਤਰ੍ਹਾਂ ਸਾਰੀ ਉਮਰ ਉਹਨੇ ਆਪਣੀ ਜ਼ਿੰਦਗੀ ਬਤੀਤ ਕਰ ਦੇਣੀ ਹੈ, ਉਹਨੂੰ ਹੋਰ ਕਿਸੇ ਗੱਲ ਦਾ ਪਤਾ ਨਹੀਂ। ਅਤੇ ਮਾਨੋ ਜਿਹੜਾ ਬੱਚਿਆਂ ਦੇ ਪਿਆਰ ਤੱਕ ਸੀਮਿਤ ਹੋ ਗਿਆ, ਉਹ ਸੂਰ ਦੇ ਵਰਗਾ ਹੀ ਸੁਭਾਅ ਵਾਲਾ ਹੈ, ਸੂਰ ਦੀ ਜੋਨੀ ਦੇ ਵਿੱਚ ਹੀ ਚੱਲ ਰਿਹਾ ਹੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਜਿਹੜਾ ਆਪਣੇ ਮਹਿਲ ਮਾੜੀਆਂ ਕੋਠੀਆਂ ਆਦਿਕ ਦਾ ਬਹੁਤ ਜ਼ਿਆਦਾ ਪਿਆਰ ਕਰਦਾ ਹੈ, ਸੋਹਣੇ ਮਹਿਲ ਉਸਾਰਦਾ ਹੈ, ਪ੍ਰੇਤ ਜੌਨ ਬਲ ਬਲ ਔਤਰੈ। ਕਹਿੰਦੇ ਨੇ ਉਜੜੇ ਘਰਾਂ 'ਚ ਪ੍ਰੇਤ ਰਹਿੰਦੇ ਨੇ, ਇਹ ਮੁਹਾਵਰੇ ਨੇ, ਸੱਚਮੁੱਚ ਪ੍ਰੇਤ ਕਿਤੇ ਨਹੀਂ ਹੁੰਦੇ, ਬੰਦਾ ਹੀ ਪ੍ਰੇਤ ਹੈ ਜਦੋਂ ਬੁਰੇ ਕੰਮ ਕਰਦਾ। ਇਸੇ ਤਰ੍ਹਾਂ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਜਿਹੜਾ ਬੰਦਾ ਅੰਤਲੀ ਹੱਦ ਤੱਕ ਪ੍ਰਭੂ ਪਰਮਾਤਮਾ ਨੂੰ ਯਾਦ ਰੱਖੇ, ਕੋਈ ਵੀ ਮੁਸੀਬਤ ਆ ਪਵੇ, ਆਪਣੇ ਅਸੂਲਾਂ ਤੋਂ ਮੂੰਹ ਨਾ ਮੋੜੇ, ਸੱਚ ਦੇ ਮਾਰਗ ਚੱਲਦਿਆਂ ਜ਼ਿੰਦਗੀ ਬਤੀਤ ਕਰੇ, ਤਾਂ ਫਿਰ ਬਦਤ ਤਰਲੋਚਨ ਤੇ ਨਰ ਮੁਕਤਾ। ਤਰਲੋਚਨ ਜੀ ਕਹਿੰਦੇ ਨੇ ਉਹ ਇਨਸਾਨ ਸੱਚਮੁੱਚ ਮੁਕਤ ਹੈ ਇਹਨਾਂ ਬੰਧਨਾਂ ਤੋਂ, ਜਿਹੜਾ ਪ੍ਰਭੂ ਪਰਮਾਤਮਾ ਨੂੰ ਸਦਾ ਯਾਦ ਰੱਖਦਾ। ਪੀਤੰਬਰ ਵਾਕਏ ਹਿਰਦੈ ਬਸੈ। ਹੁਣ ਕਹਿਣ ਨੂੰ ਤਾਂ ਡੀਂਗ ਹਰ ਕੋਈ ਮਾਰਦਾ ਕਿ ਰੱਬ ਮੇਰੇ ਹਿਰਦੇ 'ਚ ਵੱਸਦਾ ਹੈ, ਅਤੇ ਤਰਲੋਚਨ ਜੀ ਨੇ ਇਹ ਸ਼ਬਦ ਵੀ ਦੱਸਿਆ ਕਿ ਉੱਪਰਲੀਆਂ ਸਾਰੀਆਂ ਉਦਾਹਰਣਾਂ ਤੁਹਾਨੂੰ ਦੇ ਦਿੱਤੀਆਂ। ਸਾਰੇ ਕਹਿੰਦੇ ਨੇ ਅਸੀਂ ਰੱਬ ਦਾ ਨਾਮ ਜਪਦੇ ਹਾਂ, ਪਰ ਜੇ ਤੁਸੀਂ ਇਹਨਾਂ ਸਾਰੀਆਂ ਬੁਰਾਈਆਂ ਤੋਂ ਬਚ ਗਏ, ਮੈਂ ਫਿਰ ਮੰਨਾਂਗਾ ਕਿ ਰੱਬ ਤੁਹਾਡੇ ਹਿਰਦੇ 'ਚ ਵੱਸਦਾ ਹੈ। ਨਹੀਂ ਤੁਸੀਂ ਵਿਖਾਵਾ ਕਰਦੇ ਹੋ, ਪਖੰਡ ਕਰਦੇ ਹੋ, ਤੁਹਾਨੂੰ ਰੱਬ ਦਾ ਕੋਈ ਭੈ ਨਹੀਂ, ਖੌਫ ਨਹੀਂ। ਤੁਸੀਂ ਵੇਸ਼ਵਾ ਵਰਗੇ ਹੋ, ਸੂਰ ਵਰਗੇ ਹੋ, ਪ੍ਰੇਤ ਵਰਗੇ ਹੋ, ਅਤੇ ਹੋਰ ਬੁਰੇ ਕੰਮ ਕਰਨ ਵਾਲੇ ਸੱਪ ਵਰਗੇ ਹੋ। ਤੁਹਾਡੀ ਉਹ ਜੂਨ ਉਹਨਾਂ ਵਰਗੀ ਹੈ, ਅਤੇ ਕਦੀ ਇਨਸਾਨ ਬਣਨ ਦਾ ਵੀ ਅੰਦਰ ਭਾਵਨਾ ਪੈਦਾ ਕਰੋ, ਤਾਂ ਕਿ ਸਮਾਜ ਦਾ ਕੁਛ ਕਲਿਆਣ ਕਰ ਸਕੋ, ਚੰਗੇ ਇਨਸਾਨ ਅਖਵਾ ਸਕੋ। ਸਵਾਲ ਨੰਬਰ 307 ਭਾਈ ਜਤਿੰਦਰ ਭਾਰਤੀ ਮੁਕਤਸਰ ਤੋਂ। ਇਹਨਾਂ ਦਾ ਸਵਾਲ ਹੈ, ਗੁਰਦੁਆਰਿਆਂ ਅਤੇ ਹੋਰ ਧਰਮ ਸਥਾਨਾਂ ਵਿੱਚ ਜੋ ਮਾਇਆ ਇਕੱਠੀ ਹੁੰਦੀ ਹੈ, ਉਹ ਕਿਹਨਾਂ ਕਾਰਜਾਂ 'ਤੇ ਖਰਚ ਕਰਨੀ ਚਾਹੀਦੀ ਹੈ? ਜਿਨ੍ਹਾਂ ਲੋਕਾਂ ਨੇ ਇਸ ਪਾਸੇ ਚੰਗੀ ਤਰ੍ਹਾਂ ਸਿਆਣਪ ਦੇ ਨਾਲ ਫੈਸਲੇ ਲੈ ਲਏ, ਉਹਨਾਂ ਨੇ ਆਪਣੇ ਸਮਾਜ ਨੂੰ ਬਿਨਾਂ ਲੋਕਾਂ ਨੂੰ ਪਰੇਸ਼ਾਨ ਕੀਤਿਆਂ ਇਕੱਠੇ ਹੋਏ ਪੈਸਿਆਂ ਨੂੰ ਲੋਕ ਭਲਾਈ ਵਾਸਤੇ ਵਰਤ ਕੇ ਆਪਣੇ ਸਮਾਜ ਨੂੰ ਬਹੁਤ ਅੱਗੇ ਵਧਾ ਦਿੱਤਾ ਹੈ। ਗੁਰੂ ਸਾਹਿਬ ਨੇ ਕਿਸੇ ਨੂੰ ਇੰਨਾ ਡਰਾਇਆ ਨਹੀਂ ਸੀ, ਇੰਨਾ ਲਾਲਚ ਨਹੀਂ ਸੀ ਦਿੱਤਾ, ਪਰ ਉਹਨਾਂ ਕੋਲੇ ਗੁਰੂ ਸਾਹਿਬ ਦੇ ਕੀਤੇ ਪਰਉਪਕਾਰਾਂ ਦੇ ਕਾਰਨ ਬੇਅੰਤ ਧਨ ਦੌਲਤ ਲੋਕੀ ਆਪਣੇ ਆਪ ਦੇ ਰਹੇ ਸੀ, ਕਿਉਂਕਿ ਗੁਰੂ ਸਾਹਿਬ ਪਰਉਪਕਾਰ ਕਰ ਰਹੇ ਸੀ। ਉਸ ਪੈਸੇ ਦੀ ਗਲਤ ਵਰਤੋਂ ਨਹੀਂ ਕਰਦੇ ਸੀ।
ਹਾਲਾਂਕਿ ਅੱਜ ਵਰਗੇ ਉਦੋਂ ਕਾਨੂੰਨ ਨਹੀਂ ਸੀ, ਆਵਾਜਾਈ ਦੇ ਸਾਧਨ ਨਹੀਂ ਸੀ ਅਤੇ ਉਦੋਂ ਅੱਜ ਵਰਗਾ ਨੈਟਵਰਕ ਨਹੀਂ ਸੀ। ਫਿਰ ਵੀ ਗੁਰੂ ਸਾਹਿਬ 'ਤੇ ਲੋਕਾਂ ਨੂੰ ਇੰਨਾ ਯਕੀਨ ਸੀ ਕਿ ਇਹ ਜੋ ਪੈਸਾ ਇਹਨਾਂ ਕੋਲ ਆਉਂਦਾ ਹੈ ਇਹ ਲੋਕ ਭਲਾਈ 'ਤੇ ਲਾਉਂਦੇ ਨੇ। ਇੱਕ ਤਾਂ ਲੋਕਾਂ ਨੂੰ ਉਥਾਨ ਕਰਨਾ, ਵਿੱਦਿਆ ਦੇਣੀ, ਗਿਆਨ ਦੇਣਾ, ਦੂਜਾ ਲੋਕਾਂ ਦੀ ਰਾਖੀ ਵਾਸਤੇ ਫੌਜ ਖੜੀ ਕਰਨੀ, ਜੰਗ ਯੁੱਧ ਲੜਨੇ। ਇਹ ਬਹੁਤ ਵੱਡਾ ਕੰਮ ਗੁਰੂ ਸਾਹਿਬ ਨੇ ਉਸਾਰਿਆ ਹੋਇਆ ਸੀ। ਆਪਣੀ ਜ਼ਿੰਮੇਵਾਰੀ ਆਪ ਵੀ ਚੁੱਕੀ ਅਤੇ ਆਪਣੇ ਸਿੱਖਾਂ ਨੂੰ ਵੀ ਇਸ ਜ਼ਿੰਮੇਵਾਰੀ ਚੁੱਕਣ ਦਾ ਹਦਾਇਤ ਕੀਤੀ, ਤਿਆਰੀ ਕਰਵਾਈ। ਹੁਣ ਇੱਥੇ ਅੱਜ ਜਿਹੜੀ ਮਾਇਆ ਇਕੱਠੀ ਹੋ ਰਹੀ ਹੈ ਗੁਰਦੁਆਰਿਆਂ 'ਚ ਅਤੇ ਹੋਰ ਧਰਮ ਸਥਾਨਾਂ 'ਤੇ, ਜੇ ਉਹ ਆਮ ਗਰੀਬ ਜਨਤਾ ਦੇ ਭਲੇ ਵਾਸਤੇ ਖਰਚ ਕੀਤੀ ਜਾਂਦੀ ਤਾਂ ਅੱਜ ਭਾਰਤ ਵਾਸੀਆਂ ਦੀ ਅਤੇ ਸਿੱਖਾਂ ਦੀ ਇਹ ਹਾਲਤ ਨਾ ਹੁੰਦੀ। ਇਮਾਰਤਾਂ ਦੇ ਉੱਤੇ ਸੋਨਾ ਚੜ੍ਹਾਇਆ ਜਾ ਰਿਹਾ ਹੈ, ਸਾਧਾਂ ਸੰਤਾਂ ਨੂੰ ਸੋਨਾ, ਚਾਂਦੀ, ਰੁਪਏ ਅਰਪਣ ਕੀਤੇ ਜਾ ਰਹੇ ਨੇ, ਡੇਰਿਆਂ ਨੂੰ ਲੱਖਾਂ ਕਰੋੜਾਂ ਰੁਪਈਆ ਦਿੱਤਾ ਜਾ ਰਿਹਾ ਹੈ, ਗੁਰਦੁਆਰਿਆਂ ਦੇ ਵਿੱਚ ਬੇਅੰਤ ਮਾਇਆ ਇਕੱਠੀ ਹੁੰਦੀ ਹੈ ਅਤੇ ਫਿਰ ਉਹਨਾਂ ਦੇ ਪ੍ਰਬੰਧਕ, ਸਾਧ ਸੰਤ ਆਦਿਕ ਉਹਦੇ ਨਾਲ ਐਸ਼ ਉਡਾਉਂਦੇ ਨੇ, ਠੱਗੀਆਂ ਮਾਰਦੇ ਨੇ ਅਤੇ ਉਹਨਾਂ ਪੈਸਾ ਲੁੱਟ ਕੇ ਆਪਣੇ ਘਰ ਭਰਦੇ ਨੇ। ਉਹ ਪੈਸਾ ਰਾਜਨੀਤੀ ਦੇ ਕੰਮਾਂ 'ਤੇ ਉਡਾਉਂਦੇ ਨੇ ਅਤੇ ਰਾਜਸੀ ਕੁਰਸੀਆਂ 'ਤੇ ਬਹਿ ਕੇ ਫਿਰ ਹੋਰ ਧਨ ਦੌਲਤ ਕਮਾਉਂਦੇ ਨੇ। ਇਸ ਪੈਸੇ ਦੀ ਬੇਅੰਤ ਦੁਰਵਰਤੋਂ ਹੋ ਰਹੀ ਹੈ। ਜੇ ਕਿਤੇ ਸਾਡੇ ਮੁਖੀਆਂ ਨੇ ਸਿਆਣਪ ਦੇ ਨਾਲ, ਦੂਰਅੰਦੇਸ਼ੀ ਦੇ ਨਾਲ ਕੰਮ ਕੀਤਾ ਹੁੰਦਾ ਤਾਂ ਇਸ ਮਾਇਆ ਨੂੰ ਲੋਕ ਭਲਾਈ ਦੇ ਕੰਮਾਂ 'ਤੇ ਲਾਇਆ ਜਾਂਦਾ। ਪਹਿਲੀ ਗੱਲ ਸੀ, ਸਭ ਤੋਂ ਮਹੱਤਵਪੂਰਨ ਸੀ ਵਿੱਦਿਆ ਦੇਣੀ। ਗਰੀਬ ਪਰਿਵਾਰਾਂ ਨੂੰ ਮੁਫ਼ਤ ਦੇ ਵਿੱਚ ਅੱਛੀ ਵਿੱਦਿਆ ਦਿੰਦੇ ਤਾਂ ਕਿ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਦੇ। ਉਹਨਾਂ ਵਾਸਤੇ ਕੋਈ ਛੋਟੇ ਪੱਧਰ ਦੇ ਜਿਹੜੇ ਮਕੈਨਿਕੀ ਦੇ ਕੰਮ ਨੇ ਉਹ ਸਿਖਾਏ ਜਾਂਦੇ, ਉਹਨਾਂ ਨੂੰ ਛੋਟੇ ਕੰਮਾਂ 'ਤੇ ਤਿਆਰ ਕਰਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਜੋਗੇ ਬੱਚਿਆਂ ਨੂੰ ਬਣਾਇਆ ਜਾਂਦਾ ਤਾਂ ਕਿ ਉਹ ਕਿਸੇ ਦੇ ਮੁਥਾਜ ਨਾ ਰਹਿੰਦੇ। ਫਿਰ ਚੰਗੇ ਪ੍ਰਚਾਰਕ ਤਿਆਰ ਕੀਤੇ ਜਾਂਦੇ ਜਿਹੜੇ ਗੁਰਬਾਣੀ ਦੇ ਚਾਨਣ ਵਿੱਚ ਵਿਗਿਆਨਕ ਦੇ ਢੰਗ ਦੇ ਨਾਲ ਆਪਣੇ ਲੋਕਾਂ ਨੂੰ ਧਰਮ ਦੀ ਚੰਗੀ ਵਿੱਦਿਆ ਦਿੰਦੇ। ਤੋ ਇਸ ਤਰ੍ਹਾਂ ਏਕਤਾ ਦੇ ਸੂਤਰ ਵਿੱਚ ਪਰੋਏ ਜਾਣ ਵਾਸਤੇ, ਆਪਣੇ ਕੌਮ ਵਾਸਤੇ, ਆਪਣੇ ਲੋਕਾਂ ਵਾਸਤੇ ਕੰਮ ਕਰਦੇ। ਵੱਡੀਆਂ ਲਾਇਬ੍ਰੇਰੀਆਂ ਖੋਲ੍ਹਦੇ ਅਤੇ ਵੱਡੇ ਹਸਪਤਾਲ ਖੋਲ੍ਹਦੇ। ਭਾਵ ਕਿ ਇੱਕ ਛੋਟੇ ਕਾਰਜ ਤੋਂ ਲੈ ਕੇ ਵੱਡੇ ਕਾਰਜ ਤੱਕ ਇਸ ਪੈਸੇ ਨਾਲ ਬਹੁਤ ਕੁਝ ਹੋ ਸਕਦਾ ਹੈ। ਅਰਬਾਂ ਰੁਪਈਆ ਬਰਬਾਦ ਤਾਂ ਹੋ ਰਿਹਾ ਸਾਡਾ। ਕੇਵਲ ਜੇ ਸ਼੍ਰੋਮਣੀ ਕਮੇਟੀ ਦਾ ਜਿਹੜੀ ਇਨਕਮ ਹੈ, ਜਿਹੜੀ 1 ਨੰਬਰ ਦੀ ਲਿਖਤ ਪੜ੍ਹਨ ਦੇ ਵਿੱਚ ਆਉਂਦਾ ਪੈਸਾ 13 ਅਰਬ ਰੁਪਈਆ 1 ਸਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਕੋਲੇ ਇਕੱਠਾ ਹੁੰਦਾ ਹੈ। 13 ਅਰਬ ਰੁਪਈਆ, 40,000 ਕਿੱਲੇ ਉਹਨਾਂ ਕੋਲੇ ਜ਼ਮੀਨ ਹੈ। ਇਹ ਪੈਸਾ ਆਮ ਲੋਕਾਂ ਦੀ ਭਲਾਈ ਵਾਸਤੇ ਨਹੀਂ ਖਰਚਿਆ ਜਾਂਦਾ। ਥੋੜ੍ਹਾ ਬਹੁਤਾ ਲੰਗਰ ਆਦਿਕ 'ਤੇ ਖਰਚ ਦਿੱਤਾ ਜਾਂਦਾ ਹੈ, ਬਾਕੀ ਇਹਦੇ ਵਿੱਚ ਖੁਰਦ ਬੁਰਦ ਹੋ ਜਾਂਦਾ ਹੈ। ਬਹੁਤ ਕੁਛ ਅਖਬਾਰਾਂ 'ਚ, ਕਿਤਾਬਾਂ 'ਚ, ਨੈੱਟ 'ਤੇ ਬਹੁਤ ਕੁਝ ਆ ਚੁੱਕਿਆ ਹੋਇਆ ਕਿ ਪੈਸੇ ਦੀ ਬਰਬਾਦੀ ਹੋ ਰਹੀ ਹੈ। ਅਸੀਂ ਹੁਣ ਇਹਨਾਂ ਥਾਵਾਂ 'ਤੇ ਪੈਸਾ ਦੇਣ ਤੋਂ ਸੰਕੋਚ ਕਰੀਏ। ਜੇ ਅਸੀਂ ਮਹਿਸੂਸ ਕਰਦੇ ਹਾਂ ਕੋਈ ਲੋੜਵੰਦ ਭੈਣ ਭਾਈ ਕਿਤੇ ਹੈ ਤਾਂ ਉਹਦੀ ਆਪ ਹੀ ਸਹਾਇਤਾ ਕਰ ਦਈਏ। ਉਹਨਾਂ ਬੱਚਿਆਂ ਨੂੰ ਕਿਤਾਬਾਂ ਲੈ ਕੇ ਦੇਣੀਆਂ, ਕਿਸੇ ਨੂੰ ਵਰਦੀ ਸਮਾ ਦੇਣੀ, ਕਿਸੇ ਦੀ ਫੀਸ ਭਰ ਦੇਣੀ ਜਾਂ ਕਿਸੇ ਦਾ ਇਲਾਜ ਕਰਵਾ ਦੇਣਾ। ਇਹ ਆਪ ਖੁਦ ਦੇਖ ਕੇ ਕਿਸੇ ਦੀ ਸੇਵਾ ਕਰ ਦਿਓ ਜਿੰਨੀ ਕਰਨੀ ਹੈ। ਧਰਮ ਸਥਾਨਾਂ ਦੇ ਵਿੱਚ ਪੈਸਾ ਦਿੱਤਾ ਹੋਇਆ ਬਰਬਾਦ ਹੋ ਰਿਹਾ। ਤੋ ਇਹ ਪੈਸਾ ਤਾਂ ਗੁਰੂ ਸਾਹਿਬ ਨੇ ਆਖਿਆ ਸੀ, ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਪਰ ਇਹਨੂੰ ਅੱਜ ਬਰਬਾਦ ਕੀਤਾ ਜਾ ਰਿਹਾ। ਸਾਡੀ ਸ਼ਰਧਾ ਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ। ਆਪਾਂ ਖੁਦ ਸਿਆਣੇ ਬਣੀਏ, ਆਪਣੀ ਮਿਹਨਤ, ਆਪਣੀ ਕਿਰਤ ਕਮਾਈ ਇਹਨਾਂ ਪੁਜਾਰੀ ਟੋਲਿਆਂ ਦੇ ਅੱਗੇ ਨਾ ਲੁਟਾਈਏ। ਇਹ ਉਹਨੂੰ ਕਿਸੇ ਠੀਕ ਥਾਂ 'ਤੇ ਨਹੀਂ ਖਰਚ ਕਰਦੇ। ਬਿਲਡਿੰਗਾਂ ਉਸਾਰਨ ਦੀ ਲੋੜ ਨਹੀਂ, ਵੱਧ ਤੋਂ ਵੱਧ ਸਸਤੇ ਸਕੂਲ ਬਣਾਉਣੇ ਸੀ। ਜੇ ਕੋਈ ਬੱਚਾ ਵਿਦੇਸ਼ ਭੇਜਣਾ ਹੈ, ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਹਨੂੰ ਯੋਗ ਅਗਵਾਈ ਅਤੇ ਗਾਈਡੈਂਸ ਦੇ ਕੇ ਉਹਦੇ ਖਰਚਿਆਂ ਤੋਂ ਉਹਨੂੰ ਬਚਾ ਕੇ ਕਿਸੇ ਤਰੀਕੇ ਉਹਦੀ ਲੋੜ ਪੂਰੀ ਕੀਤੀ ਜਾਂਦੀ। ਹਰ ਜ਼ਿਲ੍ਹੇ ਦੇ ਵਿੱਚ, ਹਰ ਵੱਡੇ ਸ਼ਹਿਰ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਅਜਿਹੇ ਦਫ਼ਤਰ ਖੋਲ੍ਹੇ ਹੁੰਦੇ। ਜਿਹੜੇ ਦਲਾਲ ਨੇ, ਵਿਦੇਸ਼ ਭੇਜਣ ਵਾਲੇ ਏਜੰਟ ਨੇ, ਇਹਨਾਂ ਦੀ ਥਾਂ 'ਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਹੁੰਦੇ। ਉਹ ਸਾਨੂੰ ਸਹੀ ਅਗਵਾਈ ਦਿੰਦੇ, ਕੀ ਕਰਨਾ ਹੈ, ਕੀ ਨਹੀਂ ਕਰਨਾ ਅਤੇ ਕਿਹੜੇ ਢੰਗ ਨਾਲ ਸੌਖੇ ਤਰੀਕੇ ਜਾਇਆ ਜਾ ਸਕਦਾ ਹੈ, ਕਿਵੇਂ ਘੱਟ ਖਰਚਾ ਹੁੰਦਾ ਹੈ, ਕਿਹੜੇ ਦੇਸ਼ ਦੇ ਵਿੱਚ ਜਾਣ ਦੀ ਇਜਾਜ਼ਤ ਹੈ, ਕਿਹੜੇ ਦੇਸ਼ ਦੀਆਂ ਕੀ ਸ਼ਰਤਾਂ ਨੇ। ਉੱਥੇ ਉਹਨਾਂ ਨੂੰ ਸਾਰੀ ਅਗਵਾਈ ਦਿੱਤੀ ਜਾਂਦੀ ਤਾਂ ਕਿ ਅਸੀਂ ਉੱਜੜਨ ਤੋਂ ਬਚ ਜਾਂਦੇ, ਖਰਚੇ ਇੰਨੇ ਨਾ ਕਰਦੇ।
सहज तरीके नाल जे जाना चाहुंदे विदेश जा सकदे, पर अजिहा कुछ धर्म वालियां ने नहीं कीता। गुरु प्यार वालिओ, सानू खुद ही संभलण दी लोड़ है। सारे पासे डाकू लुटेरे बैठे हुए ने, अपने आप नूं बचाइए ताकि जे किसी की लोड़ पूरी करनी है तो अपने आप करिए। हुण इन्हां लोकां ते एतवार ना करिए। ये पुजारी तबका नहीं हुण रहा, ये तो लुटेरा तबका हो गया होया। संभलण दी लोड़ है। सवाल नंबर 308 भाई गुरबाज सिंह अमृतसर। इन्हां दा सवाल है कि गुरमुख ਅਤੇ मनमुख ਵਿੱਚ ਕੀ फर्क है। कुछ बंदे गुरुद्वारे जाते हैं, पाठ करते हैं, पर फिर भी गलत काम करते हैं। कुछ वो हैं जो गुरुद्वारे नहीं जाते, पाठ नहीं करते, पर चंगे काम करते हैं। तो दसो फिर मनमुख कौन है तो गुरमुख कौन है। इत्थे ध्यान देण योग गल है। रही जिहड़ी वर्दी की गल है, दाड़ी केसां की, दस्तार की गल है, पंज ककारां की गल है, ये तो कौमी कंसैप्ट तो हो सकता है, पर इहदा अज सीधा धर्म दे नाल कोई संबंध नहीं। क्यों? क्योंकि अज इस पहरावे नूं पहन के भी बहुत लोग बुरे काम कर रहे हैं, तो सगों इस पंज ककारी पहरावे नूं बदनाम कर दिता है इन्हां लोकां ने। पर फिर भी आपां ये देखना, ये तो साडा कौमी कंसैप्ट है, क्योंकि सिख नूं इस शक्ल दे विच दुनिया च पछाणिया जांदा है। असीं इहनूं लोकां दे सामणे एक चिन्ह दे रूप च लंबे समय तो पेश करके रख दिता है। पर ज़्यादा देखना यह है कि की असीं इन्हां चिन्हां दा कदर भी कीती है, लोकां तक असीं चंगे इंसान होण दा सबूत भी दिता है कि नहीं दिता। जिहड़ा इंसान भावें गुरुद्वारे जांदा है, मत्थे टेकदा है, तो उन्हें पंज ककारी चिन्ह भी धारण कीते ने, वो नाम सिमरन भी करदा है, पर जे वो चंगा इंसान समाज दे विच बन के नहीं विचरदा तां फिर वो बिल्कुल कलंकित कर रहा है अपने समाज नूं। जे उन्हें ये गुरुद्वारे जाके धर्मी होने का पखंड करके भी चंगा इंसान बन के नहीं विचरिया तां उहदे ते लोकी फिर लाणतां ही पाउणगे। दूजा पक्ष है जिहड़ा इंसान गुरुद्वारे धर्म स्थान ते घट जांदा है ते इन्हां वांगू चिन्ह भी धारण नहीं कीते, ते वो जे चंगे काम करदा है, चंगा इंसान है, तां वो शलाघा दे योग है, उहदा सत्कार है। हुण इत्थे दूजा पक्ष ये भी है, इहदा मतलब ये बिल्कुल ना लै लेना कि चिन्ह रख के जरूर ही कोई माड़े काम करदा है। चिन्हां वाले सारे बंदे बुरे नहीं हुंदे, ते जिन्हां ने चिन्ह धारण नहीं कीते वो सारे चंगे भी नहीं हुंदे। ते विदेशों के विच साडे वाले चिन्ह उन्हां लोकां ने, अमरीका, कनेडा, इंग्लैंड वालियां ने नहीं धारण कीते, पर वो साडे नालों चंगे इंसान ने। ते हो सकता है उन्हां दे विच भी बुरे होणगे, चंगे भी हैगे ने, पर ये कोई चिन्ह ने जिहड़े इन्हां नूं चंगियाई का माप ना समझिए। चंगियाई का माप है साडे काम, असीं विहार किहो जिहा करदे हां, कारोबार किहो जिहा करदे हां, समाज दे विच किवें विचरदे हां, परिवार दे विच किवें विहार करदे हां। ये साडी सारी जिंदगी के तौर तरीके ने जिहड़े, इन्हां तों साडा जिहड़ा इंसानियत प्रगट होनी है। धर्म ने सानू पुरातन समयां च विद्या दित्ती सी, ज्ञान दिता सी। उदों सकूल, कालेज, यूनीवर्सिटियां अज वांगू कुछ भी नहीं हुंदा सी। धर्म की पोथी के राही लोगों नूं अकलमंद बनाया जाता सी। अज सानू धर्म पोथी के नाल नाल होर बहुत कुछ पढ़ना अते सीखना पैंदा है। जे असीं पढ़ांगे सीखांगे नहीं तो सरकारां तो असीं कोई सुख सहूलत नौकरी वगैरह नहीं लै सकांगे। जे गलत काम करांगे, धर्म तां भावें साडा कुछ बिगाड़े भावें ना बिगाड़े, पर गौरमेंट वालों चुक के जेल जरूर भेज दिता जाएगा। सो चंगे इंसान बनना, जिथे धर्म ने प्यार भरे तरीके नाल प्रेरणा की है, उत्थे सरकारां वालों सख्ती नाल भी लोकां नूं सीधे राह पाउण दा उपराला किया जाता है। सो चंगा इंसान होना ही जरूरी है। चिन्ह भावें उन्हें धारण कीते होण ते भावें ना कीते होण, वो समाज दे विच भला इंसान दिसना ही नहीं चाहिए, सचमुच भला इंसान होना चाहिए। सवाल नंबर 309 भाई गुरतेज सिंह संगरूर। इन्हां दा सवाल है, पंजाब विच शहीदां दे नाम ते, वड्डे वडेरिਆਂ ਦੇ नाम ते खेतां विच समाधां ਬਣੀਆਂ ਹੋਈਆਂ ਵੇਖੀਆਂ जा ਸਕਦੀਆਂ ਨੇ। ਲੋਕੀ पूजा करते ने, उन्हां ते मत्थे टेकते ने। कि इन्हां विच कोई शक्ति है जां ਇਹ ਲੋਕਾਂ ਦਾ एक वहम है। ਇੱਥੇ ध्यान देण योग गल है, अज विग्यानक युग ਦੇ ਵਿੱਚ ਅਸੀਂ सिख अखवाउण वाले जिन्हां कोले गुरबाणी भी एक विग्यानक ढंग ते विग्यानक नज़रिए ते खरी उतरन वाली है,
ਤੇ ਗੁਰਬਾਣੀ ਨੂੰ ਮੱਥਾ ਟੇਕਣ ਦਾ ਮਤਲਬ ਹੀ ਇਹ ਹੈ ਕਿ ਅਸੀਂ ਵਿੱਦਿਆ ਦੇ ਮੰਨਣ ਵਾਲੇ ਹਾਂ, ਵਿੱਦਿਆ ਨੂੰ ਸਭ ਤੋਂ ਉੱਚੀ ਮੰਨਦੇ ਹਾਂ। ਪਰ ਅਸੀਂ ਵਿੱਦਿਆ ਨੂੰ ਕੇਵਲ ਮੱਥੇ ਟੇਕਣ ਤੱਕ ਰਹਿ ਗਏ। ਉੱਥੇ ਲਿਖਿਆ ਕੀ ਹੈ ਸਾਨੂੰ ਕੁਝ ਵੀ ਨਹੀਂ ਪਤਾ। ਗੁਰਬਾਣੀ ਤਾਂ ਸਾਨੂੰ ਇਹਨਾਂ ਮੜੀਆਂ ਤੋਂ, ਕਬਰਾਂ ਤੋਂ, ਬੁੱਤਾਂ ਤੋਂ, ਤੀਰਥਾਂ ਤੋਂ, ਪਖੰਡ ਤੋਂ, ਇੱਥੋਂ ਤੱਕ ਬੰਦਿਆਂ ਦੀ ਪੂਜਾ ਤੋਂ ਵੀ ਰੋਕਦੀ ਹੈ, ਹਟਾਉਂਦੀ ਹੈ। ਰੱਬ ਵੀ ਕੋਈ ਸਰੀਰ ਧਾਰੀ ਕਿਤੇ ਨਹੀਂ ਗੁਰਬਾਣੀ 'ਚ ਲਿਖਿਆ ਹੋਇਆ ਕਿ ਆਹ ਬੈਠਾ ਰੱਬ ਅਤੇ ਤੁਸੀਂ ਇਹਦੀ ਪੂਜਾ ਕਰੋ। ਘਟ ਘਟ ਮੈਂ ਹਰਜੂ ਬਸੈ, ਪਾਣੀ ਮੈਂ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੀਠਲ ਐਸਾ। ਇਸੇ ਤਰ੍ਹਾਂ ਸਾਡੇ ਅੰਦਰ ਰੱਬ ਬੈਠਾ ਹੋਇਆ ਹੈ। ਗੁਰਬਾਣੀ ਦੇ ਵਿੱਚ ਬਹੁਤ ਵਾਰੀ ਅਜਿਹੇ ਉਪਦੇਸ਼ ਸਾਡੇ ਵਾਸਤੇ ਆਏ ਨੇ। ਫਿਰ ਆਹ ਜਿਹੜਾ ਖੇਤਾਂ ਦੇ ਵਿੱਚ ਇੱਕ ਸਾਲ ਉਹ ਮੜੀ, ਉਹ ਕਬਰ ਜਿਹੜੀ ਅਸੀਂ ਖੇਤਾਂ 'ਚ ਬਣਾ ਲੈਂਦੇ ਹਾਂ ਜਾਂ ਵੇਖਦੇ ਹਾਂ, ਉਹਦੇ ਉੱਤੇ ਪਸ਼ੂ ਪੰਛੀ ਮਲ ਮੂਤਰ ਕਰਦੇ ਨੇ। ਉਹਦੇ ਵਿੱਚ ਮੀਂਹ ਪੈਂਦਾ ਹੈ, ਹਨੇਰੀ ਆਉਂਦੀ ਹੈ, ਗੰਦਮੰਦ ਪੈਂਦਾ ਹੈ, ਸਾਰਾ ਕੁਝ ਹੋਈ ਜਾਂਦਾ ਹੈ। ਪਰ ਸਾਲ ਦੇ ਵਿੱਚ ਇੱਕ ਵਾਰੀ ਜਾ ਕੇ ਉੱਥੇ ਮੱਥਾ ਟੇਕ ਦੇਣਾ, ਉਹਦੀ ਲਿਪਾ ਪੋਚੀ ਕਰ ਲੈਣੀ ਹੈ, ਉੱਥੇ ਦੁੱਧ ਰੱਖ ਦੇਣਾ, ਖੀਰ ਰੱਖ ਦੇਣੀ ਹੈ, ਅਤੇ ਉਹ ਵੀ ਸਾਰਾ ਕੁਝ ਕੁੱਤੇ ਹੀ ਖਾਂਦੇ ਨੇ, ਹੋਰ ਤਾਂ ਕੋਈ ਨਹੀਂ ਉੱਥੇ ਖਾਣ ਵਾਲਾ। ਪਰ ਭਰਮ ਅੰਦਰ ਇਹ ਪੈਦਾ ਕਰ ਦਿੱਤਾ ਗਿਆ ਕਿ ਇਹ ਮੜੀ ਹੈ ਜਿਹੜੀ ਇਹ ਸਾਡੇ ਵਿਗੜੇ ਕਾਰਜ ਸਵਾਰੇਗੀ। ਸੋਚਣ ਵਾਲੀ ਗੱਲ ਹੈ। ਜਿਹੜਾ ਇਨਸਾਨ ਆਪਣੇ ਆਪ ਨੂੰ ਜਿਉਂਦਾ ਅਖਵਾਉਂਦਾ ਹੈ, ਜਿਹੜਾ ਆਪਣੇ ਆਪ ਨੂੰ ਇਨਸਾਨ ਅਖਵਾਉਂਦਾ ਹੈ, ਉਹ ਮੁਰਦੇ ਦੇ ਅੱਗੇ ਲੰਮਾ ਪਿਆ ਮੱਥਾ ਟੇਕ ਰਿਹਾ ਕਿ ਮੁਰਦਾ ਸ਼ਾਇਦ ਮੇਰੇ ਨਾਲੋਂ ਵੱਧ ਤਾਕਤਵਰ ਹੈ, ਮੈਂ ਜਿਉਂਦਾ ਵੀ ਮਰ ਚੁੱਕਿਆ ਹੋਇਆ, ਮੈਂ ਆਪਣੇ ਕੰਮ ਆਪ ਨਹੀਂ ਕਰ ਸਕਦਾ ਅਤੇ ਮਰੇ ਹੋਏ ਨੂੰ ਆਵਾਜ਼ਾਂ ਮਾਰਦਾ। ਉਹਦੀ ਮਿੱਟੀ ਦੇ ਅੱਗੇ, ਉਹਦੀ ਮੜੀ ਦੇ ਅੱਗੇ ਖਲੋ ਕੇ ਮੱਥਾ ਟੇਕ ਕੇ ਕਿ ਤੂੰ ਮੇਰੇ ਵਿਗੜੇ ਕਾਰਜ ਸੰਵਾਰ ਦੇ। ਮਰੇ ਹੋਏ ਤੇ ਆਸ ਲਾਈ ਬੈਠਾ, ਉਹ 100 ਸਾਲ ਪਹਿਲਾਂ ਮਰਿਆ ਕਿ 200 ਸਾਲ ਪਹਿਲਾਂ ਮਰਿਆ, ਜਾਂ ਪਤਾ ਹੀ ਨਹੀਂ ਕਿ ਉਹ ਸਾਡਾ ਕੀ ਲੱਗਦਾ ਸੀ, ਜਾਂ ਗੁੱਗਾ ਆਦਿਕ ਜਿਹਦੀ ਪੂਜਾ ਹੋ ਰਹੀ ਹੈ, ਅਤੇ ਉਹ ਸਾਡਾ ਕੀ ਲੱਗਦਾ ਸੀ ਕਿ ਨਹੀਂ ਲੱਗਦਾ ਸੀ, ਉਹਦੀ ਕੀ ਸਿੱਖਿਆ ਸੀ, ਕੀ ਉਪਦੇਸ਼ ਸੀ, ਕੁਛ ਵੀ ਪਤਾ ਨਹੀਂ। ਬਸ ਉਹਨੂੰ ਮੱਥਾ ਟੇਕਣਾ ਹੈ। ਇਹਦਾ ਮਤਲਬ ਹੈ ਤੁਰੇ ਫਿਰਦੇ ਜਿਹੜੇ ਇਨਸਾਨ ਨੇ, ਇਹ ਇਨਸਾਨ ਨਾ ਹੋ ਕੇ ਤੁਰੀਆਂ ਫਿਰੀਆਂ ਲਾਸ਼ਾਂ ਕਹਿ ਸਕਦੇ ਹਾਂ। ਅਤੇ ਜਿਹੜੀਆਂ ਮੁਰਦਿਆਂ ਨਾਲੋਂ ਵੀ ਨਿਕੰਮੀਆਂ ਨੇ ਇਹ ਲਾਸ਼ਾਂ, ਮੁਰਦਿਆਂ ਕੋਲੋਂ ਮੁਰਾਦਾਂ ਮੰਗਦੇ ਨੇ ਅਤੇ ਆਪਣੇ ਆਪ ਨੂੰ ਜਿਉਂਦੇ ਅਖਵਾਉਂਦੇ ਨੇ। ਗੁਰੂ ਪਿਆਰ ਵਾਲਿਓ, ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਜਿਉਂਦਾ ਇਨਸਾਨ ਮੁਰਦੇ ਦੇ ਪੈਰਾਂ 'ਤੇ ਮੱਥੇ ਟੇਕੇ। ਉਹਨੂੰ ਵੀ ਅਸੀਂ ਕਹਿੰਦੇ ਵੀ ਕਿਉਂ ਬੇਵਕੂਫੀ ਕਰਦਾ ਹੈ, ਇਹ ਤਾਂ ਭਾਈ ਹੁਣ ਮਿੱਟੀ ਬਣ ਚੁੱਕਿਆ, ਹੁਣ ਇਹਨੂੰ ਮੱਥੇ ਨਾ ਟੇਕ, ਇਹਨੂੰ ਤਾਂ ਅਸੀਂ ਅਗਨ ਭੇਟ ਕਰਨਾ ਹੈ ਜਾਂ ਧਰਤੀ 'ਚ ਦੱਬ ਦੇਣਾ। ਇਹਨੇ ਮੁਰਦੇ ਨੇ, ਹੁਣ ਮੁੜ ਕੇ ਜਿਉਂਦਾ ਨਹੀਂ ਹੋਣਾ। ਪਰ ਜਿਹੜੇ ਲੰਮਾ ਸਮਾਂ ਪਹਿਲਾਂ ਮਰ ਚੁੱਕੇ ਨੇ, ਉਹਨਾਂ ਦੀ ਮਿੱਟੀ ਵੀ ਇੱਥੇ ਨਹੀਂ ਰਹੀ, ਉਹਨਾਂ ਦੀ ਯਾਦ ਦੇ ਵਿੱਚ ਕੇਵਲ ਕਬਰ ਜਾਂ ਮੜੀ ਬਣਾਈ ਹੋਈ ਹੈ, ਉਹਦੇ ਤੋਂ ਮੁਰਾਦਾਂ ਮੰਗੀਆਂ ਜਾ ਰਹੀਆਂ ਨੇ ਕਿ ਸਾਡੇ ਇਹ ਵਿਗੜੇ ਕਾਰਜ ਸੰਵਾਰੇਗੀ। ਅਤੇ ਜੇ ਸੱਚਮੁੱਚ ਤੁਹਾਡਾ ਕੋਈ ਵੱਡਾ ਵਡੇਰਾ ਮਰਿਆ, ਉਹ ਮਰ ਕੇ ਤੁਹਾਡਾ ਕੁਝ ਨਹੀਂ ਸੰਵਾਰੇਗਾ, ਬਲਕਿ ਸੱਚਮੁੱਚ ਉਹਦਾ DNA ਅਤੇ ਤੁਹਾਡਾ DNA ਇੱਕੋ ਜਿਹੀ ਹੈ। ਤੁਸੀਂ ਉਹਦੀ ਨਸਲ ਹੋ। ਜੇ ਸੱਚਮੁੱਚ ਉਹ ਬਹਾਦਰ ਸੀ ਤਾਂ ਤੁਹਾਨੂੰ ਵੀ ਉਹਦੇ ਵਰਗਾ ਬਹਾਦਰ ਹੋਣਾ ਚਾਹੀਦਾ ਸੀ। ਜੇ ਉਹ ਸਿਆਣਾ ਇਨਸਾਨ ਪੜ੍ਹਿਆ ਲਿਖਿਆ ਸੀ, ਤੁਹਾਨੂੰ ਵੀ ਸਿਆਣੇ ਅਤੇ ਪੜ੍ਹੇ ਲਿਖੇ ਹੋਣਾ ਚਾਹੀਦਾ ਹੈ, ਪਰਉਪਕਾਰੀ ਹੋਣਾ ਚਾਹੀਦਾ ਹੈ। ਤੁਹਾਡੇ ਵੱਡੇ ਵਡੇਰੇ ਨਾਲੋਂ ਵੀ ਤੁਹਾਨੂੰ ਖੁਦ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਹਨੂੰ ਇਹਦੇ ਵਿੱਚ ਖੁਸ਼ੀ ਮਿਲਣੀ ਹੈ ਜੇ ਸੱਚਮੁੱਚ ਤੁਸੀਂ ਉਹਦੇ ਵਰਗੇ ਹੋ। ਤੁਹਾਡੀਆਂ ਰਗਾਂ ਦੇ ਵਿੱਚ ਉਹਦਾ ਖੂਨ ਹੋਣਾ ਚਾਹੀਦਾ ਹੈ, ਭਾਵ ਕਿ ਅਸੀਂ ਉਸ ਵੱਡੇ ਵਡੇਰੇ ਦੇ ਅਨੁਸਾਰ ਜ਼ਿੰਦਗੀ ਜਿਉ ਰਹੇ ਹਾਂ। ਜਦੋਂ ਅਸੀਂ ਗੁਰੂ ਨਾਨਕ ਨੂੰ ਆਪਣਾ ਪਿਤਾ ਕਹਿੰਦੇ ਹਾਂ, ਗੁਰੂ ਗੋਬਿੰਦ ਸਿੰਘ ਨੂੰ ਪਿਤਾ ਕਹਿੰਦੇ ਹਾਂ, ਉਹਨਾਂ ਦੀਆਂ ਮੜੀਆਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਅਸੀਂ ਮਾਣ ਕਰਦੇ ਹਾਂ ਕਿ ਅਸੀਂ ਉਹਨਾਂ ਵਰਗੇ ਬਣਨ ਦਾ ਉਪਰਾਲਾ ਕਰਨਾ ਹੈ। ਉਹਨਾਂ ਦੇ ਅੱਗੇ ਇਹ ਅਰਦਾਸ ਨਹੀਂ ਕਰਨੀ ਕਿ ਸੱਚੇ ਪਾਤਸ਼ਾਹ ਅਸੀਂ ਤਾਂ ਮਰਿਆਂ ਨਾਲੋਂ ਵੀ ਭੈੜੇ ਹਾਂ, ਸਾਡੇ ਵਿਗੜੇ ਕਾਰਜ ਤੂੰ ਹੀ ਸੰਵਾਰ ਦੇ, ਅਸੀਂ ਤਾਂ ਕੁਝ ਨਹੀਂ ਸੰਵਾਰ ਸਕਦੇ। ਇਹ ਪੁਜਾਰੀ ਤਬਕੇ ਨੇ ਸਾਨੂੰ ਬਰਬਾਦ ਕਰ ਦਿੱਤਾ ਹੈ। ਸਾਡੀ ਮੱਤ ਬਹੁਤ ਨੀਵੇਂ ਪੱਧਰ 'ਤੇ ਚਲੀ ਗਈ ਹੈ। ਅਸੀਂ ਬੇਅਕਲ ਹੋ ਗਏ ਹਾਂ, ਸਾਨੂੰ ਸਮਝ ਹੀ ਨਹੀਂ ਆਈ ਕਿ ਅਸੀਂ ਜ਼ਿੰਦਗੀ 'ਚ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ। ਜਿੱਥੇ ਕਿਸੇ ਨੇ ਕਹਿ ਦਿੱਤਾ ਉੱਥੇ ਹੀ ਮੱਥਾ ਟੇਕ ਦਿੱਤਾ ਕਿ ਹੇ ਸੱਚੇ ਪਾਤਸ਼ਾਹ, ਹੇ ਪੀਰ ਜੀ, ਹੇ ਲਾਲਾਂ ਵਾਲਿਆ, ਹੇ ਗੁੱਗੇ ਜੀ, ਤੁਸੀਂ ਸਾਡੇ ਕਾਰਜ ਸਵਾਰ ਦਿਓ, ਅਸੀਂ ਤਾਂ ਮਰਿਆਂ ਨਾਲੋਂ ਵੀ ਭੈੜੇ ਹਾਂ, ਅਸੀਂ ਤਾਂ ਆਪਣੇ ਕੰਮ ਨਹੀਂ ਕਰ ਸਕਦੇ। ਇਹ ਹਾਲਤ ਸਾਡੀ ਕਰ ਦਿੱਤੀ ਹੋਈ ਹੈ। ਸਵਾਲ ਨੰਬਰ 310 ਭਾਈ ਕੁਲਦੀਪ ਸਿੰਘ ਹਿਸਾਰ ਹਰਿਆਣਾ ਤੋਂ। ਇਹਨਾਂ ਦਾ ਸਵਾਲ ਹੈ, ਚੌਥਾ ਪਹਿਰ ਸੁਬਹ ਕੈ ਸੁਰਤਿਆਂ ਉਪਜੈ ਚਾਓ। ਇਹ ਸ਼ਬਦ ਦਾ ਜਿਹੜਾ ਸਮਝ ਨਹੀਂ ਆ ਰਹੀ, ਜਦੋਂ ਕਿ ਚੌਥਾ ਪਹਿਰ ਤਾਂ 9 ਤੋਂ 12 ਵਜੇ ਤੱਕ ਹੁੰਦਾ, ਪਰ ਇੱਥੇ ਤਾਂ ਅੰਮ੍ਰਿਤ ਵੇਲੇ ਨੂੰ ਚੌਥਾ ਪਹਿਰ ਕਿਹਾ ਗਿਆ।
ਇਹ ਸਾਰਾ ਸਪਸ਼ਟ ਕਰਨ ਦੀ ਕਿਰਪਾ ਕਰੋ। ਗੁਰੂ ਪਿਆਰ ਵਾਲਿਓ, ਉਦੋਂ ਜਦੋਂ ਗੁਰਬਾਣੀ ਲਿਖੀ ਗਈ ਹੈ ਉਦੋਂ ਸੂਰਜ ਡੁੱਬੇ ਤੋਂ ਲੈ ਕੇ ਸਵੇਰ ਹੋਣ ਤੱਕ, ਸੂਰਜ ਚੜ੍ਹਨ ਤੱਕ ਰਾਤ ਨੂੰ 4 ਪਹਿਰਾਂ 'ਚ ਵੰਡਿਆ ਜਾਂਦਾ ਸੀ। ਇਸ ਤਰ੍ਹਾਂ ਹਿਸਾਬ ਕਿਤਾਬ ਲੋਕਾਂ ਦੇ ਵਿੱਚ ਪ੍ਰਚਲਿਤ ਸੀ। ਜਿਹੜੇ ਉਦੋਂ ਅੱਜ ਵਾਂਗੂ 24 ਘੰਟੇ ਇਕੱਠੇ ਕਰਕੇ ਇਸ ਤਰ੍ਹਾਂ ਰਾਤ ਦੇ 12 ਵਜੇ ਤੋਂ ਜਦੋਂ ਬਾਅਦ ਦੇ ਵਿੱਚ 1 ਮਿੰਟ ਅੱਗੇ ਲੰਘਦਾ 12 ਵਜੇ ਤੋਂ, ਤਾਂ ਉਹਨੂੰ ਦੂਸਰਾ ਦਿਨ, ਦੂਸਰੀ ਤਰੀਕ ਮਿਥ ਲਿਆ ਜਾਂਦਾ ਅੱਜ ਕੱਲ੍ਹ ਤਾਂ। ਪਰ ਪੁਰਾਤਨ ਸਮਿਆਂ 'ਚ ਇਸ ਤਰ੍ਹਾਂ ਨਹੀਂ ਸੀ। ਸੂਰਜ ਚੜ੍ਹੇ ਨਾਲ ਸਾਰਾ ਕੁਝ ਗਿਣਿਆ ਜਾਂਦਾ ਸੀ। ਪਿਛਲੀ ਰਾਤ ਨੂੰ ਅੰਮ੍ਰਿਤ ਵੇਲਾ ਜਾਂ ਚੌਥਾ ਵੇਲਾ ਆਖਿਆ ਜਾਂਦਾ ਸੀ। ਸ਼ਾਮ ਨੂੰ ਚੌਥਾ ਪਹਿਰ ਜਾਂ ਤੀਜਾ ਪਹਿਰ ਜਦੋਂ ਸ਼ਾਮਾਂ ਹੋ ਜਾਂਦੀਆਂ ਨੇ, ਉਹਨੂੰ ਦਿਨ ਦੇ ਟਾਈਮ ਨੂੰ ਚੌਥਾ ਪਹਿਰ, ਤੀਜਾ ਪਹਿਰ ਸ਼ਾਮ ਦੇ ਟਾਈਮ ਨੂੰ ਆਖਿਆ ਜਾਂਦਾ ਹੈ। ਤੋ ਇਸ ਤਰ੍ਹਾਂ ਪੁਰਾਣੇ ਸਮਿਆਂ ਦੀ ਜੋ ਪ੍ਰਚਲਿਤ ਲੋਕਾਂ ਦੇ ਵਿੱਚ ਟਾਈਮ ਨੂੰ ਨਿਸ਼ਚਿਤ ਕਰਨ ਵਾਲੀ ਸ਼ਬਦਾਵਲੀ ਸੀ, ਉਹਦੀ ਵਰਤੋਂ ਗੁਰਬਾਣੀ 'ਚ ਹੋਈ ਹੈ। ਹੁਣ ਇੱਥੇ ਆਪਾਂ ਜਰਾ ਧਿਆਨ ਮਾਰੀਏ ਕਿ ਗੁਰਬਾਣੀ ਕੀ ਕਹਿੰਦੀ ਹੈ। 8 ਪਹਿਰੀ 8 ਖੰਡ, ਨਾਮਾ ਖੰਡ ਸਰੀਰ। ਇਹ ਜਿਹੜੇ 8 ਪਹਿਰ ਨੇ, ਦਿਨ ਰਾਤ ਨੇ, ਪਰ ਇਹਦੇ ਵਿੱਚ ਇੱਕ ਸਰੀਰ ਨੂੰ ਵੀ ਗੁਰੂ ਸਾਹਿਬ ਨੇ ਸ਼ਾਮਲ ਕਰ ਲਿਆ। ਤਿਸ ਵਿੱਚ 9 ਨਿਧ ਏਕ, ਨਾਮ ਏਕ ਭਾਲੈ ਗੁਣੀ ਗਹੀਰ। ਹੁਣ ਇਹ ਜਿਹੜਾ ਸਰੀਰ ਹੈ ਇਹਦੇ ਵਿੱਚ ਨਾਮ ਵੀ ਹੈ। ਨਾਮ ਦਾ ਭਾਵ ਹੈ ਪ੍ਰਭੂ ਪਰਮਾਤਮਾ ਦਾ ਨਿਯਮ ਇਹਦੇ ਵਿੱਚ ਕੰਮ ਕਰ ਰਿਹਾ ਹੈ। ਉਹ ਗੁਣਾਂ ਵਾਲੇ ਇਨਸਾਨ ਇਹਨਾਂ ਗੱਲਾਂ ਨੂੰ ਲੱਭ ਕੇ ਚੰਗੇ ਇਨਸਾਨ ਬਣਦੇ ਨੇ, ਸਮਾਜ ਵਾਸਤੇ ਭਲਾ ਕਰਦੇ ਨੇ। ਇੱਥੇ ਅੱਗੇ ਆ ਗਿਆ, ਚੌਥਾ ਪਹਿਰ ਸੁਬਾ ਕੈ ਸੁਰਤਿਆਂ ਉਪਜੈ ਚਾਓ। ਚੌਥੇ ਪਹਿਰ ਭਾਵ ਰਾਤ ਦਾ ਆਖਰੀ ਹਿੱਸਾ, ਉਦੋਂ ਚੰਗੇ ਇਨਸਾਨਾਂ ਨੂੰ ਜਲਦੀ ਉੱਠ ਕੇ ਆਪਣੇ ਕੰਮਾਂ ਦੇ ਉੱਤੇ ਲੱਗ ਜਾਣਾ ਚਾਹੀਦਾ ਹੈ। ਸਫ਼ਰ ਕਰਨਾ ਹੈ ਤਾਂ ਸਫ਼ਰ 'ਤੇ ਜਲਦੀ ਤੁਰਨਾ ਚਾਹੀਦਾ ਹੈ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਆਵਾਜਾਈ ਦੇ ਸਾਧਨ ਅੱਜ ਵਰਗੇ ਨਹੀਂ ਸੀ। ਪੈਦਲ ਚੱਲਣਾ ਹੁੰਦਾ ਸੀ ਅਤੇ ਧੁੱਪ ਚੜ੍ਹਨ ਤੋਂ ਪਹਿਲਾਂ ਜੇ ਸਫ਼ਰ ਤੈਅ ਹੋ ਜਾਵੇ ਤਾਂ ਜ਼ਿਆਦਾ ਸੌਖਾ ਰਹਿੰਦਾ ਸੀ। ਤੋ ਇਸ ਕਰਕੇ ਖੇਤਾਂ ਦੇ ਵਿੱਚ ਕੰਮ ਕਰਨ ਵਾਸਤੇ ਵੀ ਜਿਹੜੇ ਜਲਦੀ ਖੇਤਾਂ ਨੂੰ ਜਾਂਦੇ ਸੀ, ਉਹ ਆਪਣੀ ਫਸਲ ਚੰਗੀ ਤਰ੍ਹਾਂ ਸੰਭਾਲ ਲੈਂਦੇ ਸੀ ਅਤੇ ਕੰਮ ਚੰਗੀ ਤਰ੍ਹਾਂ ਕਰ ਲੈਂਦੇ ਸੀ, ਕਿਉਂਕਿ ਧੁੱਪ ਚੜ੍ਹੀ ਤੋਂ ਓਨੇ ਕੰਮ ਨਹੀਂ ਹੋ ਸਕਦੇ। ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਇਹ ਤਾਂ ਮਾਨੋ ਦਰਿਆਵਾਂ ਨਾਲ ਦੋਸਤੀ ਕਰਦੇ ਨੇ, ਭਾਵ ਕਿ ਦਰਿਆ ਵਰਗਾ ਉਹਨਾਂ ਦਾ ਵਿਸ਼ਾਵ ਹਿਰਦਾ ਹੋ ਜਾਂਦਾ ਹੈ। ਤੇ ਦਰਿਆ ਵਾਂਗ ਉਹ ਆਪਣੀ ਮਸਤੀ ਦੇ ਨਾਲ ਸਾਰੇ ਕੰਮ ਕਰਦੇ ਨੇ, ਜ਼ਿੰਦਗੀ ਜਿਉਂਦੇ ਨੇ, ਅਤੇ ਪਰ ਪ੍ਰਭੂ ਪਰਮਾਤਮਾ ਨੂੰ ਸਦਾ ਯਾਦ ਰੱਖਦੇ ਨੇ। ਉੱਥੇ ਅੰਮ੍ਰਿਤ ਵੰਡੀ ਹੈ ਕਰਮੀ ਹੋਏ ਪਸਾਓ। ਮਾਨੋ ਉਹਨਾਂ ਨੇ ਅੰਮ੍ਰਿਤ ਪ੍ਰਾਪਤ ਕਰ ਲਿਆ ਅਤੇ ਅੰਮ੍ਰਿਤ ਦੀ ਅੱਗੇ ਵੰਡ ਕਰਦੇ ਨੇ। ਚੰਗੇ ਗੁਣ ਧਾਰਨ ਕਰ ਲਏ ਅਤੇ ਗੁਣਾਂ ਦੀ ਅੱਗੇ ਵੰਡ ਕਰਦੇ ਨੇ। ਕੰਚਨ ਕਾਇਆ ਕੱਸੀ ਹੈ ਵੰਨੀ ਚੜ੍ਹੈ ਚੜ੍ਹਾਓ। ਇਹ ਸਰੀਰ ਨੂੰ ਕੰਚਨ ਵਰਗਾ, ਸੋਨੇ ਵਰਗਾ ਬਣਾ ਲਿਆ। ਇਹਨੂੰ ਟਾਈਟ, ਮਜ਼ਬੂਤ, ਤਕੜਾ, ਮਿਹਨਤੀ ਬਣਾ ਲਿਆ ਅਤੇ ਫਿਰ ਇਹਦੀ ਚਾਰੇ ਪਾਸੇ ਕਦਰ ਪਵੇਗੀ ਅਤੇ ਹਰ ਕਾਰਜ ਦੇ ਵਿੱਚ ਮਨੁੱਖ ਕਾਮਯਾਬ ਹੋਵੇਗਾ। ਜੇ ਹੋਵੈ ਨਦਰ ਸਰਾਪ ਕੀ ਬਹੁੜ ਨਾ ਪਾਈ ਤਾਓ। ਜਿਵੇਂ ਸੋਨੇ ਨੂੰ ਪਛਾਣ ਲੈਂਦਾ ਹੈ ਜੌਹਰੀ ਕਿ ਸੋਨਾ ਖੋਟਾ ਹੈ ਕਿ ਇਹ ਸੋਨਾ ਖਰਾ ਹੈ, ਇਸੇ ਤਰ੍ਹਾਂ ਮਨੁੱਖਾਂ ਦਾ ਵੀ ਉਹਦੇ ਕੰਮਾਂ ਦੇ ਵਿੱਚੋਂ ਪਛਾਣ ਹੁੰਦੀ ਹੈ ਕਿ ਚੰਗਾ ਹੈ ਕਿ ਮਾੜਾ ਹੈ। ਸੱਤੀ ਪਹਿਰੀ ਸੱਤ ਭਲਾ ਬਈਆ ਪੜ੍ਹਿਆ ਪਾਸ। ਇੱਥੇ ਹੀ ਲਿਖਿਆ ਹੋਇਆ ਵੀ ਕਿ ਸਾਰੇ ਹੀ ਪਹਿਰ ਚੰਗੇ ਹੁੰਦੇ ਨੇ, ਪਰ ਪੜ੍ਹਿਆਂ ਲਿਖਿਆਂ ਕੋਲ ਬੈਠੀਏ, ਭਾਵ ਕਿ ਵਿਦਵਾਨਾਂ ਕੋਲ ਬੈਠੀਏ, ਅਕਲਬੰਦੀ ਦੀਆਂ ਗੱਲਾਂ ਸਿੱਖੀਏ, ਆਪਣੀ ਜ਼ਿੰਦਗੀ 'ਚ ਧਾਰਨ ਕਰੀਏ। ਸੱਤੀ ਪਹਿਰੀ ਸੱਤ ਭਲਾ ਬਈਆ ਪੜ੍ਹਿਆ ਪਾਸ, ਉੱਥੈ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਫਿਰ ਵਿਦਵਾਨਾਂ ਕੋਲ ਬੈਠ ਕੇ ਪਾਪ ਕੀ ਹੈ, ਪੁੰਨ ਕੀ ਹੈ, ਇਹਦੀ ਵਿਚਾਰ ਹੁੰਦੀ ਹੈ। ਜਿਹੜੀਆਂ ਗਲਤੀਆਂ ਨੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਮਨੁੱਖ ਘਟਾਉਣੀਆਂ ਸ਼ੁਰੂ ਕਰ ਦਿੰਦਾ ਹੈ। ਉੱਥੈ ਖੋਟੇ ਸਿੱਟੀਆਂ ਖਰੇ ਕੀਚੈ ਸਾਬਾਸ। ਜਿਹੜੇ ਔਗਣ ਨੇ ਉਹਨਾਂ ਨੂੰ ਚੰਗਾ ਇਨਸਾਨ ਬਣਨ ਵਾਸਤੇ ਆਪਣੇ ਅੰਦਰੋਂ ਕੱਢ ਦਿੱਤਾ ਜਾਂਦਾ ਹੈ ਅਤੇ ਚੰਗਿਆਂ ਦੀ ਪ੍ਰਵਾਨਗੀ, ਚੰਗਿਆਂ ਨੂੰ ਹਿਰਦੇ 'ਚ ਵਸਾਉਣਾ, ਇਹ ਕੰਮ ਮਨੁੱਖ ਕਰ ਲੈਂਦਾ ਹੈ। ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੈ ਪਾਸ। ਐਵੇਂ ਬਾਕੀ ਤਾਂ ਭਾਈ ਵਾਧੂ ਦੀਆਂ ਗੱਲਾਂ ਨੇ, ਦੁੱਖ ਸੁੱਖ ਵੀ ਵਾਧੂ ਦੀਆਂ ਗੱਲਾਂ ਨੇ। ਇਹ ਤਾਂ ਸਾਰਾ ਕੋਈ ਤੁਸੀਂ ਆਪ ਕਰਨਾ ਹੈ। ਆਪ ਸਾਰੇ ਕਾਰਜ ਚੰਗੇ ਮਾੜੇ ਦੀ ਪਰਖ ਕਰਕੇ ਆਪ ਕਰਨੇ ਨੇ। ਗੱਲ ਤਾਂ ਉਹ ਹੋ ਰਹੀ ਹੈ ਕਿ ਇਹ ਸਰੀਰ ਨੂੰ, ਇਹ ਸੁਭਾਅ ਨੂੰ ਚੰਗਾ ਬਣਾਓ, ਤਕੜਾ ਬਣਾਓ, ਸਿਆਣਾ ਬਣਾਓ, ਮਿਹਨਤੀ ਬਣਾਓ, ਤਾਂ ਕਿ ਤੁਸੀਂ ਸਾਰੇ ਕੰਮਾਂ ਦੇ ਵਿੱਚ ਸਫਲ ਇਨਸਾਨ ਬਣ ਸਕੋ। ਸੋ ਇਹ ਕੋਈ ਚੌਥਾ ਪਹਿਰ
ਕੋਈ ਪਹਿਲਾ ਪਹਿਰ ਕੇਵਲ ਉਦਾਹਰਣਾਂ ਮਾਤਰ ਨੇ, ਕਿਉਂਕਿ ਅੱਜ ਵਾਂਗੂ ਉਦੋਂ ਟਾਈਮ ਦਾ ਹੋਰ ਕੋਈ ਪ੍ਰਬੰਧ ਨਹੀਂ ਸੀ। ਗੁਰੂ ਸਾਹਿਬ ਨੇ ਪਹਿਲਾ ਪਹਿਰ, ਦੂਜਾ ਪਹਿਰ, ਤੀਜਾ ਪਹਿਰ ਅਤੇ ਚੌਥਾ ਪਹਿਰ ਇਹੋ ਜਿਹੀਆਂ ਚੀਜ਼ਾਂ ਵਰਤੀਆਂ ਹੋਈਆਂ ਨੇ, ਅਤੇ ਉਹ ਕੇਵਲ ਸੰਕੇਤ ਮਾਤਰ ਨੇ। ਇੱਥੇ ਆਪਣਾ 30ਵਾਂ ਜਿਹੜਾ ਭਾਗ ਹੈ ਸਵਾਲ ਜਵਾਬ ਦਾ, ਇਹ ਸਮਾਪਤ ਹੋ ਰਿਹਾ, ਅਤੇ ਤੁਸੀਂ ਇਸੇ ਤਰ੍ਹਾਂ ਸਵਾਲ ਜਵਾਬ ਕਰਦੇ ਰਹੋਗੇ। ਉਮੀਦ ਹੈ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਰਹੋਗੇ। ਜਿਤਨਾ ਕੁ ਸਮਾਂ, ਜਿਤਨਾ ਕੁ ਗਿਆਨ ਮੇਰੇ ਕੋਲ ਹੈ, ਮੈਂ ਉਹਦੇ ਅਨੁਸਾਰ ਆਪਣੀ ਜੋ ਯੋਗਦਾਨ ਇਹਦੇ ਵਿੱਚ ਪਾਉਂਦਾ ਰਹਾਂਗਾ। ਅਤੇ ਜੇ ਕੋਈ ਕਮੀ ਪੇਸ਼ੀ ਵੀ ਹੋਵੇ ਤਾਂ ਤੁਸੀਂ ਦੁਬਾਰਾ ਵੀ ਕਲੀਅਰ ਕਰਨ ਵਾਸਤੇ ਸਵਾਲ ਭੇਜ ਸਕਦੇ ਹੋ, ਉਹਦੇ 'ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਗੁਰਮਤਿ ਗਿਆਨ TV ਵਾਲੇ ਜੋ ਨੌਜਵਾਨ ਨੇ, ਉਹਨਾਂ ਨੇ ਜੋ ਉਦਮ ਕੀਤਾ, ਤੁਸੀਂ ਉਹਦੇ ਤੋਂ ਲਾਹਾ ਲੈ ਕੇ ਥਾਂ ਥਾਈਂ ਘਰ ਬੈਠੇ ਗਿਆਨ ਦੇ ਵਿੱਚ ਵਾਧਾ ਕਰ ਸਕਦੇ ਹੋ, ਅਤੇ ਜੇ ਕੋਈ ਗਲਤ ਫਹਿਮੀਆਂ ਮਨਾਂ 'ਚ ਬੈਠੀਆਂ ਹੁੰਦੀਆਂ ਨੇ, ਉਹਨਾਂ ਨੂੰ ਦੂਰ ਕਰ ਸਕਦੇ ਹੋ। ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।